करता पुरख निरभाओ निर्वैर अकाल मूर्त अजुनी सैभं गुर प्रसाद जप। बह जाओ बह जाओ बह जाओ, इत्थे बह जाओ भाई, बह जाओ बह जाओ। बैठण वास्ते तो असीं बेनती करी जाने। बह जाओ, अपनी मत ना कोई वरतो, गुरु की मत अनुसार चलो सारे। राणा राव ना को रह रंग ना तुंग फकीर। अब बाबे ने लत्तां कट्ठियां कर। बारी आपो अपनी कोई न बदे तीर। बारी आपो अपनी कोई न बदे तीर। रहन ना पावै जी सुर नर देवा, सुर नर देवा। रहन ना पावै जी सुर नर देवा, सुर नर देवा। रहन न पावै सुर नर देवा, रहन न पावै सुर नर देवा। ऊठ सदारे कर मुन जन सेवा, ऊठ सदारे कर मुन जन सेवा। उठो ले भाई उठो। ऊठ सदारे कर मुन जन सेवा, ऊठ सदारे कर मुन जन सेवा। रहन न पावै जी सुर नर देवा, सुर नर देवा। रहन न पावै जी सुर नर देवा, सुर नर देवा। जेहा चिरी लिखे त्या हुक्म कले आवे नानका। परम सत्कारयोग गुरां की साज के नवाजी हुई सत्संग जी, सर्वमाई भाई, वीर बुजुर्ग, जितने भी आप जी पहुँचे हो, बिछड़ी हुई आत्मा नूं शरधा दे फुल भेंट करन वास्ते जितना क समा गुरमुख प्यारे उन्होंने बख्शिश करिया भाई बीरबल सिंह जी नूं, उतना क समा भोगदियां इस फानी संसार नूं अलविदा कह के गुरु जी के पावन पवित्र चरणों में जा विराजे। राणा राव ना को रहे रंग न तुंग फकीर। जितने क श्वास, जितना क समा परमात्मा ने उस परमात्मा के घर दे विचों प्राप्त होया। नानक हाले सब दिस सास नह बटन कटन तिलसार। मौत एक टल है, सच्चाई है जो हर कदे उत्ते आउणा है। जिन्हों महाराज जी फरमान करते हैं, बारी आपो अपनी कोई न बद्धै धीर।
ਜਦੋਂ ਜਦੋਂ ਕਿਸੇ ਮਨੁੱਖ ਦੀ ਵਾਰੀ ਆ ਗਈ, ਫਿਰ ਉਦੋਂ ਪਰਮਾਤਮਾ ਇੱਕ ਕਾਰਨ ਬਣਾ ਦਿੰਦਾ। ਕਾਰਨ, ਉਹ ਕਾਰਨ ਕੀ ਹੈ? ਮੌਤ ਦਾ ਕਾਰਨ ਹੈ। ਉਹ ਭਾਵੇਂ ਕੋਈ ਬਿਮਾਰੀ ਬਣਾ ਦੇ, ਭਾਵੇਂ ਐਕਸੀਡੈਂਟ ਬਣਾ ਦੇ, ਕਾਰਨ ਤੋਂ ਬਿਨਾਂ ਮੌਤ ਨਹੀਂ ਆਉਂਦੀ ਹੈ। ਜਾਂ ਕੋਈ ਅੱਜ ਜਿਹੜਾ ਛੇਵਾਂ ਦਰਿਆ ਨਸ਼ਿਆਂ ਦਾ ਚੱਲ ਰਿਹਾ, ਇਹਦੀ ਦਲਦਲ ਦੇ ਵਿੱਚ ਮਨੁੱਖ ਫਸ ਜਾਵੇ, ਭਾਵ ਕਹਿਣ ਤੋਂ ਇੱਕ ਮੌਤ ਇੱਕ ਕਾਰਨ ਬਣਦੀ ਹੈ। ਜਿਵੇਂ ਇੱਕ ਫਕੀਰ ਦੇ ਕੋਲੇ ਇੱਕ ਛੋਟਾ ਜਿਹਾ ਬੱਚਾ ਰਹਿੰਦਾ ਹੈ, ਹੋਣਹਾਰ ਬੜਾ ਹੈ। ਬੱਚਾ ਬੜਾ ਸੇਵਾ ਕਰਦਾ ਹੈ ਮਹਾਤਮਾ ਦੀ, ਭੱਜ ਭੱਜ ਕੇ। ਮਹਾਤਮਾ ਬੜੇ ਖੁਸ਼ ਨੇ, ਬਰਕਤ ਨੇ ਮਹਾਤਮਾ। ਨਾ ਉਹਨਾਂ ਨੇ ਕੋਈ ਨਗਰ ਦੇਖਿਆ, ਨਾ ਸ਼ਹਿਰ ਦੇਖਿਆ, ਨਾ ਧਨ ਦੇਖਿਆ, ਨਾ ਆਪਣੇ ਮਾਤਾ ਪਿਤਾ ਦੇਖਿਆ, ਨਾ ਆਪਣਾ ਘਰ-ਬਾਰ ਵੇਖਿਆ। ਬਰਕਤ ਨੇ ਭਾਵ ਕਹਿਣ ਤੋਂ ਜਮਾ। ਉਹ ਮਹਾਤਮਾ ਕੋਲੇ ਬੱਚਾ ਰਹਿੰਦਾ ਛੋਟਾ ਜਿਹਾ। ਮਹਾਤਮਾ ਉਹਦੀ ਸੇਵਾ ਤੇ ਬੜੇ ਖੁਸ਼ ਨੇ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਉਸ ਬੱਚੇ ਦੀ ਸੇਵਾ ਤੇ ਖੁਸ਼ ਹੈ, ਪਰ ਉਹ ਬੱਚੇ ਦੀ ਆਰਜਾ ਬੜੀ ਘੱਟ ਹੈ, ਛੋਟੀ ਆਰਜਾ ਹੈ। ਉਹਨਾਂ ਮਹਾਤਮਾ ਕੋਲੇ ਰਹਿੰਦਾ ਜਿਨ੍ਹਾਂ ਨੂੰ ਤ੍ਰਿਕਾਲਦਰਸ਼ੀ ਕਿਹਾ ਜਾਂਦਾ ਹੈ। ਤ੍ਰਿਕਾਲਦਰਸ਼ੀ ਤਾਂ ਆਪਾਂ ਕਹਿ ਦਿੰਦੇ, ਇਹਦਾ ਭਾਵ ਕੀ ਹੈ? ਭੂਤ, ਭਵਿੱਖ ਤੇ ਵਰਤਮਾਨ, ਜਿਨ੍ਹਾਂ ਨੂੰ ਤਿੰਨ ਗੱਲਾਂ ਦਾ ਗਿਆਨ ਹੋਵੇ। ਸਾਨੂੰ ਕਿਸੇ ਨੂੰ ਨਹੀਂ ਹੈ। ਭੂਤ ਉਹਨੂੰ ਸਮਾਂ ਕਹਿੰਦੇ ਨੇ ਜਿਹੜਾ ਕੱਲ੍ਹ ਲੰਘ ਚੁੱਕਿਆ, ਜਿਹੜਾ ਸਾਡੇ ਹੱਥ ਵਿੱਚੋਂ ਚਲਿਆ ਗਿਆ, ਉਹਨੂੰ ਭੂਤ ਆਖਦੇ ਹਨ। ਵਰਤਮਾਨ ਉਹ ਸਮਾਂ ਜਿਹਦੇ ਵਿੱਚ ਅਸੀਂ ਬੈਠੇ ਹਾਂ, ਤੇ ਆਉਣ ਵਾਲਾ ਭਵਿੱਖਤ ਹੈ, ਉਹ ਮਹਾਂਪੁਰਖਾਂ ਨੂੰ, ਰੱਬ ਦੇ ਫਕੀਰਾਂ ਨੂੰ, ਨਾਮ ਜਪਣ ਵਾਲਿਆਂ ਨੂੰ ਪਤਾ ਹੈ ਵੀ ਆਉਣ ਵਾਲਾ ਸਾਡੇ ਵਾਸਤੇ ਕਿਹੋ ਜਿਹਾ ਹੈ। ਮਨੁੱਖ ਤਾਂ ਬਥੇਰਾ ਕੁਝ ਕਰਦਾ ਹੈ, ਪਰ ਮਹਾਰਾਜ ਜੀ ਕਹਿੰਦੇ ਆਉਣ ਵਾਲਾ ਜਿਹੜਾ ਭਵਿੱਖਤ ਸਮਾਂ ਹੈ, ਉਹ ਕਿਸੇ ਕਿਸੇ ਨੂੰ ਪਤਾ ਹੈ। ਉਹ ਕੌਣ ਹੈ? ਜਿਹੜਾ ਹੋਣ ਜੀ ਕੋ ਖੁਦਾਏ ਦੇ ਭੇਦ ਨਾ ਕਿਸੇ ਦੇ। ਸਾਨੂੰ ਨਹੀਂ ਪਤਾ ਵੀ ਭਵਿੱਖ ਸਾਡਾ ਸਮਾਂ ਕਿਹੋ ਜਿਹਾ ਹੈ। ਉਹ ਫਕੀਰਾਂ ਨੂੰ ਤਿੰਨੇ ਕਾਲਾਂ ਦਾ ਗਿਆਨ ਹੈ। ਹੁਣ ਮਨ ਵਿੱਚ ਆਇਆ, ਇਸ ਬੱਚੇ ਦੀ ਆਰਜਾ ਬੜੀ ਛੋਟੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਨੇ ਤਿੰਨੋਂ ਅਵਸਥਾ ਲਿਖੀਆਂ ਨੇ, ਬਾਲ, ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਨ। ਪਹਿਲਾਂ ਬਚਪਨ, ਫਿਰ ਜਵਾਨੀ, ਫਿਰ ਬੁਢਾਪਾ। ਬੁਢਾਪੇ ਤੋਂ ਅੱਗੇ ਕੋਈ ਜੀਵਨ ਨਹੀਂ ਹੈ। ਬੁਢਾਪਾ ਮਨੁੱਖ ਨੂੰ ਆਪਣੇ ਆਪ ਨੂੰ ਨਹੀਂ ਚੰਗਾ ਲੱਗਦਾ। ਸਾਨੂੰ ਤਾਂ ਕੀ ਚੰਗਾ ਲੱਗਣਾ ਹੈ? ਕਿਉਂ ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ। ਅੱਖਾਂ ਦੀ ਜੋਤ ਚਲੀ ਗਈ, ਜਿਹਨੂੰ ਬਾਬਾ ਫਰੀਦ ਜੀ ਬੜੇ ਪਿਆਰ ਵਿੱਚ ਸਮਝਾਉਣਾ ਕਰਦੇ ਨੇ। ਚੱਲਣ ਚੱਬਣ ਰਤਨ ਸੇ ਸੁਨੀਅਰ ਬਹਿ ਗਏ, ਹੇੜਾ ਮੋਤੀ ਧਾ ਸੇ ਜਾਨੀ ਚੱਲ ਗਏ। ਮਰਜੀ ਕਹਿਣ ਲੱਗੇ ਜਿਹੜੇ ਤੇਰੇ ਨਾਲ ਦੇ ਜਾਨੀ ਨੇ ਉਹ ਕੱਲੇ ਕੱਲੇ ਚੱਲ ਗਏ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਹੜਾ ਨਾ ਉਹ ਬਚਪਨ ਜਵਾਨੀ ਨੇ ਖੋਹ ਲਿਆ, ਜਵਾਨੀ ਬੁਢਾਪੇ ਨੇ ਖੋਹ ਲਈ, ਜਿਹੜਾ ਬੁਢਾਪਾ ਮੌਤ ਨੇ ਖੋਹ ਲਿਆ। ਪਰ ਤਿੰਨੋਂ ਜੀਵਨ ਕੰਮ ਨਹੀਂ ਆਏ ਕਿਸੇ ਦੇ। ਉਹਨੂੰ ਸਮਾਜ ਸੇਵੀ ਜਾਂ ਉਹਨੂੰ ਕੋਈ ਮਹਾਤਮਾ ਕਿਹਾ ਜਾਂਦਾ ਹੈ, ਜਿਹਦੇ ਕੋਈ ਨਾ ਕੋਈ ਜੀਵਨ ਕੰਮ ਆ ਜਾਵੇ। ਕੋਈ ਬਚਪਨ ਦੇ ਵਿੱਚ ਸੇਵਾ ਕਰ ਲੱਗ ਜਾਵੇ, ਕੋਈ ਬੁਢਾਪੇ ਦੇ ਵਿੱਚ ਸੇਵਾ ਕਰ ਲੱਗ ਜਾਵੇ, ਕੋਈ ਜਿਹੜਾ ਅੱਗੇ ਜਾ ਕੇ ਮਹਾਰਾਜ ਜੀ ਕਹਿਣ ਲੱਗੇ ਬਚਪਨ ਦੇ ਵਿੱਚ ਵੀ ਕੋਈ ਸੇਵਾ, ਜਵਾਨੀ ਵਿੱਚ ਵੀ, ਬੁਢਾਪੇ ਵਿੱਚ ਵੀ ਕਰੀ ਹੈ। ਐਸੀ ਗੱਲ ਨਹੀਂ ਵੀ ਨਹੀਂ ਕਰੀ। ਸਾਡੇ ਕੋਲੇ ਅੱਜ ਇਤਿਹਾਸ ਹੈ, ਸਰਵਣ ਕੁਮਾਰ ਨੇ ਵੀ ਸੇਵਾ ਕਰੀ ਆਪਣੇ ਮਾਂ-ਬਾਪ ਦੀ, ਤੇ ਬੁਢਾਪੇ ਦੇ ਵਿੱਚ ਜਾ ਕੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਵੀ ਸੇਵਾ ਕਰਦੇ ਹਨ। ਬਚਪਨ ਦੇ ਵਿੱਚ ਵੀ ਸੇਵਾ ਕੀਤੀ ਜਾ ਸਕਦੀ ਹੈ, ਪਰ ਜਿਹੜਾ ਤਿੰਨੋਂ ਜੀਵਨ ਕਿਸੇ ਦੇ ਕੰਮ ਨਹੀਂ ਆਏ ਤੇ ਉਹਨਾਂ ਨੂੰ ਫਿਰ ਮਹਾਰਾਜ ਜੀ ਕਹਿੰਦੇ ਜਰਿਆਈ ਜੋਬਨ ਹਾਰਿਆ। ਉਹਨਾਂ ਦਾ ਜਿਹੜਾ ਤਿੰਨੋਂ ਜੀਵਨ ਕਿਸੇ ਕੰਮ ਨਹੀਂ ਆਏ, ਉਹ ਮਨੁੱਖ ਜਿਹੋ ਜਿਹਾ ਆਇਆ ਜਿਹੋ ਜਿਹਾ ਨਾ ਆਇਆ। ਉਹਨਾਂ ਦੀ ਬਾਬਤ ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ ਆਹ ਵਾਰੀ ਹੈ ਪਰਮਾਤਮਾ ਨੂੰ ਮਿਲਣ ਦੀ।
ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਿਲਣ ਕੀ ਇਹੋ ਤੇਰੀ ਵਰੀਆ। ਗੁਰੂ ਜੀ ਪ੍ਰਮਾਣ ਕਰਦੇ ਨੇ ਆਪਣੀ ਪਾਵਨ ਪਿੱਤਰ ਬਾਣੀ ਅੰਦਰ। ਮਹਾਰਾਜ ਕਹਿੰਦੇ ਇਹੋ ਤੇਰੀ ਬਾਰੀ ਜੀ ਗੋਬਿੰਦ ਮਿਲਣ ਦੀ, ਪਿਆਰਿਆ ਇਹੋ ਤੇਰੀ ਬਾਰੀ ਹੈ ਗੋਬਿੰਦ ਮਿਲਣ ਦੀ। ਇਹੋ ਤੇਰੀ ਬਾਰੀ, ਓ ਤੇਰੀ ਬਾਰੀ, ਇਹੋ ਤੇਰੀ ਬਾਰੀ, ਓ ਤੇਰੀ ਬਾਰੀ। ਇਹੋ ਤੇਰੀ ਬਾਰੀ ਹੈ ਗੋਬਿੰਦ ਮਿਲਣ ਦੀ, ਪਿਆਰਿਆ ਇਹੋ ਤੇਰੀ ਬਾਰੀ ਹੈ ਗੋਬਿੰਦ ਮਿਲਣ ਦੀ। ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹੋ ਤੇਰੀ ਵਰੀਆ। ਆ ਵਾਰੀ ਇੱਕ ਪਰਮਾਤਮਾ ਨੂੰ ਮਿਲਣ ਦੀ। ਕਿਵੇਂ? ਜੇ ਭਗਤ ਕਬੀਰ ਜੀ ਫਰਮਾਨ ਕਰਦੇ ਨੇ ਮਾਨਸ ਜਨਮ ਦੁਰਲਭ ਹੈ ਹੋਏ ਨਾ ਬਾਰੰਬਾਰ। ਦੁਰਲਭ ਵਸਤੂ, ਸਭ ਤੋਂ ਵਧੀਆ ਵਸਤੂ ਪਰਮਾਤਮਾ ਨੇ ਦਿੱਤੀ ਹੈ ਮਨੁੱਖਾ ਦੇਹੀ। ਇਸ ਮਨੁੱਖਾ ਦੇਹੀ ਦੇ ਵਿੱਚ ਜਿਹੜਾ ਵੀ ਕੋਈ ਸ਼ੁਭ ਕਰਮ ਕਰਦਾ ਹੈ, ਚੰਗਾ ਕਰਮ ਕਰਦਾ ਹੈ, ਜਾਣਾ ਹੈ। ਜਾਣਾ ਇੱਕ ਰਾਜੇ ਨੇ ਵੀ ਹੈ, ਇੱਕ ਗਰੀਬ ਨੇ ਵੀ ਜਾਣਾ, ਇੱਕ ਫਕੀਰ ਨੇ ਵੀ ਜਾਣਾ ਹੈ। ਪਰ ਜਦੋਂ ਮਨੁੱਖ ਜਾਂਦਾ ਉਹਨੂੰ ਫਿਰ ਯਾਦ ਕਰਦਿਆ ਕੋਈ ਸ਼ੁਭ ਕਰਮ ਕਰਕੇ ਗਿਆ, ਕੋਈ ਚੰਗਾ ਕਰਮ ਕਰਕੇ ਗਿਆ। ਉੱਥੇ ਜੋੜਿਓ ਖਿਆਲ। ਬੱਚੇ ਦੀ ਆਰਜ਼ਾ ਛੋਟੀ ਹੈ, ਉਮਰ ਛੋਟੀ ਹੈ, ਮਹਾਤਮਾ ਨੂੰ ਪਤਾ ਲੱਗ ਗਿਆ ਥੋੜੇ ਸਮੇਂ ਦਾ ਮੇਰੇ ਕੋਲੇ ਹੈ, ਇਹਨੇ ਚਲੇ ਜਾਣਾ। ਆਹੀ ਵਾਰੀ ਹੈ ਇਹਨੂੰ ਪਰਮਾਤਮਾ ਨੂੰ ਮਿਲਣ ਵਾਸਤੇ। ਜਿਵੇਂ ਭਗਤ ਕਬੀਰ ਜੀ ਪ੍ਰਮਾਣ ਕਰਦੇ ਹਨ, ਕਹਿੰਦੇ ਆਹ ਵਾਰੀ ਹੈ ਮਿਲਣ ਵਾਸਤੇ ਪਰਮਾਤਮਾ ਨੂੰ। ਹੋਰ ਡੰਗਰ ਪਸ਼ੂ ਹੋਰ ਕਿਸੇ ਨੂੰ ਜਿਹੜੀ ਆ ਉਹ ਨਹੀਂ ਕਿਹਾ ਜਾਂਦਾ ਤੂੰ ਨਾਮ ਜਪ ਲੈ। ਨਾ ਡੰਗਰ ਪਸ਼ੂ ਮਰੇ ਤੋਂ ਕੋਈ ਰੋਂਦਾ ਇੰਨਾ, ਨਾ ਕੋਈ ਪਾਠ ਕਰਾਉਂਦਾ, ਨਾ ਲੰਗਰ ਲਾਉਂਦਾ। ਇਸ ਮਨੁੱਖਾ ਦੇਹੀ ਨੂੰ ਸੋਝੀ ਹੈ, ਪਤਾ ਹੈ ਸਭ ਕੁਝ। ਹੁਣ ਇੱਕ ਰਾਜੇ ਨੇ ਕਿਲਾ ਬਣਾ ਲਿਆ ਪਹਾੜੀ ਦੇ ਉੱਤੇ, ਉਹਦੇ 84 ਗੇਟ ਲਾ ਦਿੱਤੇ। ਉਹਦੇ ਵਿੱਚ ਇੱਕ ਅੱਖਾਂ ਤੋਂ ਬਸੀਰ ਅੰਨਾ ਪੁਰਸ਼ ਹੈ, ਉਸ ਮਹਿਲ ਦੇ ਵਿੱਚ ਪ੍ਰਵੇਸ਼ ਕਰ ਗਿਆ। ਨਹਿਰ ਤੇ ਜਿਹੜਾ ਮਹਿਲ ਦੇ ਵਿੱਚ ਹਨੇਰਾ ਹੀ ਹਨੇਰਾ ਬਹੁਤਾ, ਕੋਈ ਲਾਈਟ ਨਹੀਂ, ਗੇਟ ਸਾਰੇ ਬੰਦ ਪਏ ਨੇ। ਉਹ ਜਿਹੜਾ ਅੰਨਾ ਪੁਰਸ਼ ਹੈ ਜਿਹਨੂੰ ਅੱਖਾਂ ਤੋਂ ਬਸੀਰ ਹੈ, ਦੀਂਦਾ ਨਹੀਂ ਹੈ, ਉਹ ਕਿਤੇ ਕਿਹੜੀ ਕੰਧ ਵਿੱਚ ਟੱਕਰ ਮਾਰਦਾ, ਕਿਤੇ ਕਿਹੜੀ ਕੰਧ ਵਿੱਚ ਟੱਕਰ ਮਾਰਦਾ, ਰੋਂਦਾ ਉੱਚੀ ਉੱਚੀ। ਜਦੋਂ ਉੱਚੀ ਉੱਚੀ ਚੀਕਾਂ ਮਾਰਦਾ ਰੋਂਦਾ ਹੈ, ਉਹਨੇ ਆਵਾਜ਼ ਦਿੱਤੀ ਕੋਈ ਹੈ ਜਿਹੜਾ ਮੈਨੂੰ ਇਸ ਕਿਲੇ ਦੇ ਵਿੱਚੋਂ ਬਾਹਰ ਕੱਢ ਦੇਵੇ। ਆਵਾਜ਼ ਆਈ ਬਾਹਰੋਂ, ਨਿਕਲ ਤਾਂ ਸਕਦਾ ਹੈ ਪਰ ਇੱਕ ਸ਼ਰਤ ਹੈ। ਉਹ ਕਹਿਣ ਲੱਗਿਆ ਕਿ ਇਸ ਕਿਲੇ ਦੇ 84 ਗੇਟ ਨੇ,
84 गेट ते 83 बंद पे ने, एक खुला है, ਉਹਦੇ ਵਿੱਚ ਦੀ तू बाहर आ सकता है। उस अखां तो बसीर बंदे ने आवाज़ दी, मैनू दींदा नहीं है, मेरे अखां दी लाइट नहीं है। वो कहन लग्या जे तेरे अखां दी लाइट नहीं तो तू हत्थां नाल वेख सकदा है। कई मनुख ऐसे हुंदे ने जिन्हां दी अखां दी लाइट ना होवे, पर उन्हां नूं जिन्हां दी अखां दी लाइट उन्हां दे नालों सोझी वध के ज़्यादा हुंदी है। तू फिर हत्थां नाल वेख सकदा है। की करां? कहन लगे हों कर, हौली हौली तू कंध दे नेड़े चलिया जा, कंध दे नेड़े जाके कंध उत्ते हथ रख ली। 84 गेट ने, 83 बंद ने। वो गेट गिणदा जाई ते नाल नाल हौली हौली तुरिया जाई। 83 गेट बिल्कुल बंद ने, तेनू डरन दी झिझकण दी कोई लोड़ नहीं। एक गेट बंद आ, उहदे राहीं तू बाहर आ सकदा है। मनुखा देही है, इहदे नाल परमात्मा दा नाम जपिया जा सकदा है। डंगर पशु होर चार पाप दो सिंह, मुख गुंग तब कैसे गुन गई है। ऊठत बैठत ठिंगा पर है, तब कत मूड लकई है। मर्जी कहन लगे बई आ इको एक परमात्मा नूं मिलण वास्ते मनुखा देही रब ने दिती है। जे इहदे नाल भी नहीं मिलिया जा सकदा ते फिर तां मर्जी कहंदे भार है दुनिया दे उत्ते तों। हुण ओह गेट गिणन लग पिया। 1 2 3 4 जदों माड़ा कर्म आ जावे ना मनुखा देही दे विच ते फिर रब तो मनुख दूर हो जाता है। ये माड़ा कर्म ही हुंदा कोई जदों मनुख नशियां विशियां विकारां दे विच पै जावे, वो परमात्मा तो दूर हो जाता है। वो गिण लग गया 1 2 3 4 5 6 7 इस तरह गिणदा गया। उधर तां 83 गेट पूरे हो गए, 84वां गेट आउण लग्या सी। 84वें गेट के कोल चलिया गया, मनुखा देही दे कोल चलिया गया। कहण तो भाव ते उधर माड़ा कर्म अगे आ गया, कोई माड़ा कर्म कीता होया। जदों माड़ा कर्म अगे आ गया तां की वेखदा है, उस मनुख दे सिर विच खुरक होण लग पई। कंध वाला हथ चुक लिया, सिर विच खुरक कर लग पिया ते चाल नहीं घटाई, अपनी चाल उसे तरह ही तुरिया जांदा है। अगे लंघ गया, जदों थोड़ी दूर फेर गया, जिहड़ा सिर वाला हथ सी वो कंध उत्ते फेर रख लिया ते रख के फिर 1 2 3 शुरू हो गया। वो कहन लग्या 83 गेट तां आए, 84वां तां गेट ही नहीं आया। आवाज़ दिती आया तां सी, पर तैथों कोई गलती हो गई, कोई वग्या हो गई। वो कहन लग्या हाँ मैथों ना एक गलती हो गई, जिहड़ा कंध वाला हथ सी मैं वो अपने सिर विच खुरक करन लग पिया ते वो हथ मैथों चुक्या गया, मैथों गलती हो गई। फिर गुरु जी फरमान करदे हन, कई जन्म भय कीट पतंगा, कई जन्म गज मीन करंगा। साहिब दी पावन पितर बाणी दा फरमान है। महाराज जी कहंदे ने कई जन्म भय कीट पतंगा, कई जन्म गज मीन करंगा। कई जन्म पंखी सर्प होयो, कई जन्म है वर वृख जोयो। मिल जगदीश मिरण की बरिया, चरंकाल दे। महाराज जी कहते कई जन्म, कि एक जन्म नहीं कई कई जन्म, कई जन्म भय कीट पतंगा, कीड़ियां दे जन्म, पतंगियां दे जन्म। कई जन्म गज, गज नाम हाथी दा, मीन नाम मच्छी दा है। महाराज जी कहते कई जन्म गज जिहड़ा ना पंखी सर्प होयो, कई जन्म हैबर विरख जोयो। मिल जगदीश मिलन की बरिया, भाव कहण तो जिन्नियां भी नखित जुनियां ने ना,
ਇਹਨਾਂ ਦੇ ਵਿੱਚੋਂ ਕਿਸੇ ਨੂੰ ਅਧਿਕਾਰ ਨਹੀਂ ਹੈ ਪਰਮਾਤਮਾ ਦਾ ਨਾਮ ਜਪਣ ਦਾ, ਪਰਮਾਤਮਾ ਦੀ ਸੇਵਾ ਕਰਨ ਦਾ। ਇੱਕੋ ਇੱਕ ਮਨੁੱਖ ਨੂੰ ਅਧਿਕਾਰ ਹੈ। ਤੂੰ ਪਰਮਾਤਮਾ ਦੀ ਸੇਵਾ ਵੀ ਕਰ ਸਕਦਾ ਹੈ, ਪਰਮਾਤਮਾ ਦਾ ਸਿਮਰਨ ਵੀ ਕਰ ਸਕਦਾ ਹੈ। ਤੇ ਜਿਹੜੇ ਕਰਦੇ ਨੇ ਫਿਰ ਉਹਨਾਂ ਦਾ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ। ਹੁਣ ਉਹ ਕਹਿਣ ਲੱਗਿਆ, ਆਏ ਜ਼ਰੂਰ ਤੇਰਾ ਮਾੜਾ ਕਰਮ ਆ ਗਿਆ, ਜਿਸ ਕਰਕੇ ਤੇਥੋਂ ਮਨੁੱਖਾ ਦੇਹੀ ਤੋਂ ਤੂੰ ਦੂਰ ਚਲਿਆ ਗਿਆ। ਫਿਰ ਹੁਣ ਚੱਲ ਉਹਨਾਂ ਟੇਢੀਆਂ ਜੂਨਾਂ ਦੇ ਵਿੱਚ ਫਿਰ ਤੈਨੂੰ ਪੈਣਾ ਪਊਗਾ। ਫਿਰ ਕਿਤੇ ਜਾ ਕੇ 84 ਲੱਖ ਜੂਨ ਦਾ ਗੇੜਾ ਕੱਢ ਕੇ ਫਿਰ ਕਿਤੇ ਤੈਨੂੰ ਸਰਦਾਰ ਦੇਹੀ, ਮਨੁੱਖਾ ਦੇਹੀ ਮਿਲੂਗੀ। ਤੇ ਅੱਜ ਉਹ ਛੋਟਾ ਜਿਹਾ ਬੱਚਾ ਹੈ, ਮਹਾਰਾਜ ਜੀ ਕਹਿਣ ਲੱਗੇ ਜਿਹੜਾ ਨਾ ਇਹ ਬੜਾ ਹੋਣਹਾਰ ਹੈ, ਹੋਣਹਾਰ ਕੇ ਪੁਰਬ ਕੇ ਚਿਕਨੇ ਚਿਕਨੇ ਪਾਤ। ਤੇ ਪਿਆਰ ਵਿੱਚ ਆ ਕੇ ਉਸ ਬੱਚੇ ਨੂੰ ਮਹਾਤਮਾ ਨੇ ਲਿਆ ਆਪਣੇ ਨਾਲ। ਕਹਿੰਦੇ ਜਿਹੜੇ 3 ਪ੍ਰਮੁੱਖ ਦੇਵਤੇ ਨੇ, 3 ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਵਿੱਚ ਮਿਲਦਾ ਹੈ, ਪਰ ਉਹ ਵੀ ਕਾਲ ਦੇ ਵਸ ਨੇ। ਕਾਲ ਪਾਏ ਬਰਮਾ ਬਪਧਰਾ, ਕਾਲ ਪਾਏ शिवजू अवतारा, काल पाए कर बिशन प्रकाशा, सकल काल का की अदमासा। कहते तिन्ने देवते काल दे बस ने। जिहड़ा काल तो रहता वो कौन है? वो अकाल पुरख है, वो परमात्मा जिहड़ा काल तो रहता है, जिथे काल नहीं आउंदा है। ते बाकी तां एक शिव भये, एक गए एक फेर भये, रामचंद्र कृष्ण के अवतार भी अनेक हैं। मौन दी मुदार के ते अश्विनी कुमार के ते अंसा अवतार के ते कालवश भये हैं। ते धन कल की धर पातशाह महाराज जी कहते सारे काल दे बस ने। ते अज बड़े प्यार विच आके धन वो महात्मा कहते जिहड़े 3 प्रमुख देवते ने किहड़े ने? एका माई जुगत ब्याई, 3 चेले प्रवान, एक संसारी, एक भंडारी, एक लाए दीवान। तिन्ने देवतियां दे विचों पहले किहदे कोले गए? शिवजी महाराज कोले गए। वो साधु महात्मा शिवजी महाराज के कोले गए, जाके अर्ज करी। शिवजी जी ने उठ के महात्मा का सत्कार करिया। मतलोक की धरती चो कोई महात्मा आए ने, नाल छोटा जा बच्चा है। शिवजी भगवान ने उठ के कहण तो भाव उन्हां दा सत्कार करिया। पुछया आओ किवें आउणा होया? कहते आ मेरे नाल छोटा जा बच्चा है, इहदी उम्र बड़ी छोटी है। कहण लगे तां काम मेरे कोले नहीं है, मेरे कोले संघार करना है, भाव मारन दा, खत्म करन दा काम जिहड़ा वो मैनू दिता होया परमात्मा ने, मैं तो कुछ नहीं कर सकता। चलो फिर अगे आपां ब्रह्मा जी की पुरी में चलते हैं। ब्रह्मा जी की पुरी में चले गए। उत्थे जाके भी जिहड़ी वो अर्ज करी महात्मा ने, कहते आ एक छोटा जिहा बच्चा साडे नाल, इहदी आरजा बड़ी घट है, ते किरपा करो इहदी आरजा वधा दे थोड़ी जी। तो भगवान जी ने आख्या, विष्णु जी ने वो कहन लगे मेरा काम तो है नहीं, चलो आपां भावी कोले चलते हैं, जिहड़ी सारे जग संसार के उत्ते वापरदी है। जिथों मैं अर्ज शुरू करी है भी कारण तो बिना मौत नहीं बनती, कारण हुंदा है तो फिर जिहड़ी आ मौत बनती है। तो कहते हैं ना आपां भी ये फलाना बंदा तो बड़ा चंगा सी, कल मैनू फोन करिया, चंगा भला ही चल गया। जायदा बंदे का एक्सीडेंट हो गया, मिनटां दे विच चलिया गया, बंदा हस्पताल में पै गया। ये दो ही चीज़ां परमात्मा ने अपने हत्थ में रखियां ने, एक मौत एक जन्म। जपजी साहब की पावन बाणी तो पुछ लो, महाराज जी कहते जोर ना जीवन मरण ना जोर। कहते ना कोई बंदा जोर करके जिउ सकता है, तो ना जोर करके कोई मर सकता है। तो बाकी जिहड़ा जीवन बचाल है उस मनुखा देही दा, ते इस परमात्मा ने बख्शिश कर दिता, लै इहनूं चंगा बना ली ते भावे नूं माड़ा बना लिए, तेरे हत्थ विच है। हुण जिहड़ा विचारला जीवन साडे हत्थ विच है, भावे तां इहनूं चंगा बना लिए लोग खुश हो जाण, ते भावे नूं माड़ा बना लिए लोग दुर दुर कहे सब कोई। एक दर का होए रहो, दुर दुर कहे ना कोई। महाराज जी कहते चंगा जीवन बनाउणा है मनुख के हत्थ विच है। तो वह कहण लगे चलो भावी कोले चलते हैं। तीजे नंबर ते भावी कोल चले गए। बड़ा भावी का प्रताप है। जाके अर्ज करी, सेवकां नूं कहा सानू भावी नूं मिला दिओ। अगे दरवाजा खोलिया, देखिया बड़ा प्रकाश ही प्रकाश है। सामने भगवान शिव जी, विष्णु जी महाराज, महात्मा ते एक बच्चा, चारे जाने इकट्ठे हो गए। जाके भाभी दे अगे हथ बन के खड़ गए। आ बच्चा है छोटा जा, ये बड़ा होनहार है, महात्मा की सेवा बड़ी करता है, इसकी आरजा बड़ी छोटी है, तो किरपा करो इसकी थोड़ी बहुती उम्र बढ़ा दिओ।
ਤੇ ਪਿਆਰ ਵਿੱਚ ਆਵਾਜ਼ ਦਿੱਤਾ। ਭਾਬੀ ਨੇ ਕਿਹਾ ਲਿਆਓ ਬੱਚਾ ਕਿੱਥੇ ਆ, ਸਾਹਮਣੇ ਕਰੋ ਮੇਰੇ। ਜਦੋਂ ਬੱਚਾ ਸਾਹਮਣੇ ਹੋਇਆ ਤਾਂ ਭਾਬੀ ਉਸੇ ਵਕਤ ਵਾਪਰ ਗਈ ਤੇ ਉਹ ਬੱਚਾ ਥਾਂ ਤੇ ਢੇਰੀ ਹੋ ਗਿਆ, ਮਰ ਗਿਆ ਕਹਿਣ ਤੋਂ ਭਾਵ। ਮਹਾਤਮਾ ਕਹਿਣ ਲੱਗੇ ਅਸੀਂ ਤਾਂ ਤੁਹਾਡੇ ਕੋਲੇ ਬਚਾਉਣ ਵਾਸਤੇ ਲੈ ਕੇ ਆਏ ਸੀ, ਤੁਸੀਂ ਤੈਨੂੰ ਮਾਰ ਹੀ ਦਿੱਤਾ। ਕਹਿੰਦੇ ਹਾਂ, ਤੁਸੀਂ ਦੇਵਤਿਆਂ ਨੇ ਇਕੱਠੇ ਹੋਣਾ ਸੀ, ਮੇਰੇ ਕੋਲੇ ਆਉਣਾ ਸੀ, ਕਾਰਨ ਬਣਨਾ ਸੀ ਤੇ ਕਾਰਨ ਤੋਂ ਬਿਨਾਂ ਇਸ ਬੱਚੇ ਦੀ ਮੌਤ ਨਹੀਂ ਸੀ ਹੋ ਸਕਦੀ। ਕਹਿੰਦੇ ਫਿਰ ਇਕੱਠੇ ਕਿਹਨੇ ਕੀਤਾ? ਭਾਬੀ ਕਹਿਣ ਲੱਗੀ ਮੈਂ ਇਕੱਠੇ ਕੀਤਾ। ਉਧਰ ਸਮਾਂ ਪੂਰਾ ਹੋ ਗਿਆ, ਬਾਲ ਜਵਾਨੀ ਅਰ ਬਿਰਧ ਫੁੰਨ ਤੀਨ ਅਵਸਥਾ ਜਾਣ। ਕਹਿੰਦੇ ਉਧਰੋਂ ਬੱਚੇ ਦਾ ਸਮਾਂ ਪੂਰਾ ਹੋ ਗਿਆ, ਨਜ਼ਦੀਕ ਆ ਗਿਆ। ਕਿਆ ਜਾਨਣਾ ਕਿਬ ਮਰੇਂਗੇ, कैसा मरना होए, जेकर साहिब मनो न विसरा ता सहला मरना होए। भावी कहन लगी पहला तो महात्मा नूं मैं इकट्ठे किया भगवान शिव जी कोले, फिर विष्णु जी कोले, फिर मैं अपने कोले इकट्ठे किया। जदों तुसी चारे जने इकट्ठे हो गए दी मौत का कारण बन गया। राणा राव नाकोर है। कहन लगे फिर तां जदों कारण बन गया, फिर भावे कोई भी है, वड्डे वड्डे दुनिया दे राजे खाली हत्ती तुर के जग चों, वड्डे वड्डे वही दुनिया दे राजे तुर के जग चों। बोलो भाई बोलो। बड़े बड़े दुनिया दे राजे, दुनिया दे राजे खाली हथी तुर के जग चों, बड़े बड़े वे दुनिया दे राजे खाली हथी तुर के जग चों। और जी कहते भई प्राप्त मानुख दे हो रही है। हुण वो बच्चे का मौत का कारण बन गया, देवते इकट्ठे हो गए तो बच्चे की मौत का कारण बन गया। कईयां ने फिर मौत जिहड़ी है जित भी लई है। एक राजा अपने दरबार विच विद्वान कथा करदा है, रोज़ राजा बैठ के कथा सुनता है। जदों कथा की समाप्ति हुंदी है, राजा बड़ा खुश हुंदा है, उस विद्वान पंडित नूं बड़ा इनाम दिंदा है। कथा करदिआं करदिआं काफ़ी समा जिहड़ा बतीत हो गया। परमात्मा की कथा हुंदी होवे, मनुख दा जन्म ना बने, इहदे विच कारण है इक्को ही। मींह पैंदा है, दो भांडे पए ने, गुरु जी कहंदे बाजार जिहड़ा विहड़े दे विच दो भांडे पए ने, एक भांडा सीधा पिया, एक भांडा मुद्दा पिया। मींह पै के हट गया, घंटा 2 घंटे। हुण अणजाण तो अणजाण बंदे नूं पुछो भी पानी किहड़े विच खड़ूगा, वो कहूगा जिहड़ा भांडा सीधा उहदे विच पानी खड़ गया। कथा भी हुंदी है, सब ते उत्तम हर की कथा, नाम सुनत दर्द दुख लथा। कथा दे विच कीर्तन दे विच बड़ी वड्डी ताकत है। जे भांडा मुद्दा वज्या रहा फिर परमात्मा दा नहीं कसूर, जे भांडा सीधा होवे ते फिर सब ते उत्तम हर की कथा, नाम सुनत दर्द दुख लथा। कहंदे दर्द ते जितने भी तेरे दुख कलेश ने सारे दूर हो जाने। कथा हुंदी है, राजा बड़ा खुश हुंदा है।
ਬਖਤੇ ਖੀਰ ਇੱਕ ਦਿਨ ਵਿਦਵਾਨ ਪੰਡਤ ਦੇ ਕੋਲ ਬੈਠਾ ਰਾਜੇ ਨੇ ਆਖਿਆ, ਪੰਡਤ ਜੀ ਤੁਹਾਡੀ ਕਥਾ ਵਿੱਚ ਬੜਾ ਆਨੰਦ ਹੈ, ਬਹੁਤ ਜ਼ਿਆਦਾ ਕਥਾ ਜਿਹੜੀ ਤੁਸੀਂ ਕਰਦੇ ਹੋ ਮੰਤਰ ਮੁਗਧ ਹੋ ਜਾਂਦੇ ਨੇ ਸੁਣਨ ਵਾਲੇ, ਤੁਹਾਡੀ ਜ਼ੁਬਾਨ ਵਿੱਚ ਬੜਾ ਰਸ ਹੈ, ਪਰ ਇੱਕ ਕਿਰਪਾ ਕਰੋ ਮੈਨੂੰ ਦੱਸੋ ਵੀ ਮੈਂ ਕਿੱਡੇ ਕੁ ਵੱਡੇ ਪੁੰਨ ਕਰਮ ਕੀਤੇ ਨੇ ਜਿਸ ਕਰਕੇ ਮੈਨੂੰ ਮਨੁੱਖਾ ਦੇਹੀ ਮਿਲੀ ਹੈ। ਬੜੇ ਵੱਡੇ ਪੁੰਨ ਕਰਮ ਕਰਕੇ ਮਨੁੱਖਾ ਦੇਹੀ ਮਿਲੀ ਹੈ, ਜਿਹਨੂੰ ਅੱਜ ਦਾ ਮਨੁੱਖ ਵਿਸ਼ੇ ਵਿਕਾਰਾਂ ਦੇ ਵਿੱਚ ਗੰਦੇ ਭੈੜੇ ਨਸ਼ਿਆਂ ਦੇ ਵਿੱਚ ਸੁੱਟ ਕੇ ਬਰਬਾਦ ਕਰੀ ਜਾਂਦਾ। ਇਹ ਨਹੀਂ ਹੈ ਵੀ ਜੇ ਹੁਣ ਮਨੁੱਖ ਮਰ ਗਿਆ ਇਸ ਤੋਂ ਬਾਅਦ ਫੇਰ ਮਨੁੱਖਾ ਦੇਹੀ ਮਿਲ ਜੂਗੀ, ਫਿਰ ਇਹਨੂੰ ਜਿਹੜਾ ਮਨੁੱਖਾ ਦੇਹੀ ਪਾਉਣ ਵਾਸਤੇ ਕਿੰਨਾ ਕੁ ਸਮਾਂ ਲੱਗਦਾ ਹੈ? 7.5 ਅਰਬ ਹਜ਼ਾਰ ਸਾਲ, ਇੰਨਾ ਕੁ ਸਮਾਂ ਲੱਗ ਜਾਂਦਾ ਹੈ। ਲੱਖੀ ਨਾਗ ਕਰੋੜੀ ਕਾਗ, ਕਹਿੰਦੇ ਕਿੰਨੀਆਂ ਕਿੰਨੀਆਂ ਉਮਰਾਂ ਨੇ ਕਈ ਜਾਨਵਰਾਂ ਦੀਆਂ, ਕਈ ਕੁੱਤੇ ਬਿੱਲਿਆਂ ਦੀਆਂ ਕਿੰਨੀਆਂ ਕਿੰਨੀਆਂ ਉਮਰਾਂ ਨੇ। ਤੇ ਉਹ ਮਹਾਤਮਾ ਦੇ ਚਰਨਾਂ ਵਿੱਚ ਬੇਨਤੀ ਕਰੀ ਰਾਜੇ ਨੇ, ਮੈਂ ਕਿੱਡਾ ਕੁ ਵੱਡਾ ਪੁੰਨ ਕਰਮ ਕੀਤਾ ਜਿਸ ਕਰਕੇ ਮੈਨੂੰ ਮਨੁੱਖਾ ਦੇਹੀ ਮਿਲੀ ਹੈ। ਉਹ ਵਿਦਵਾਨ ਪੰਡਤ ਕਹਿਣ ਲੱਗਿਆ, ਮੈਂ ਤੁਹਾਨੂੰ ਦੱਸ ਤਾਂ ਦਿੰਦਾ, ਪਰ ਮੇਰੀ ਇੱਛਾ ਹੈ ਮੈਂ ਤੁਹਾਨੂੰ ਸਾਹਮਣੇ ਦਿਖਾ ਦਿਆਂ ਤੁਸੀਂ ਕਿੱਡੇ ਕੁ ਵੱਡੇ ਪੁੰਨ ਕਰਮ ਕੀਤੇ ਨੇ ਜਿਸ ਕਰਕੇ ਮਨੁੱਖਾ ਦੇਹੀ ਮਿਲੀ ਹੈ। ਚੰਗੇ ਸੰਸਕਾਰ ਮਿਲੇ ਨੇ, ਚੰਗੇ ਧੀਆਂ ਪੁੱਤਰ ਮਿਲੇ ਨੇ। ਇਹ ਚੰਗੇ ਸੰਸਕਾਰਾਂ ਦੀ ਜਿਹੜੀ ਬਦੌਲਤ ਹੈ, ਧੀਆਂ ਪੁੱਤਰ ਮਿਲ ਜਾਣਾ, ਘਰ-ਬਾਰ ਮਿਲ ਜਾਣਾ ਚੰਗੇ। ਉਸ ਵਿਦਵਾਨ ਪੰਡਤ ਨੇ ਆਖਿਆ, ਮੈਂ ਤੈਨੂੰ ਦੱਸ ਤਾਂ ਦਿੰਦਾ, ਪਰ ਮੇਰੀ ਇੱਛਾ ਹੈ ਮੈਂ ਤੈਨੂੰ ਸਾਹਮਣੇ ਦਿਖਾ ਦਿਆਂ ਵੀ ਮਨੁੱਖਾ ਦੇਹੀ ਕਿਵੇਂ ਮਿਲੀ ਹੈ। ਰਾਜਾ ਕਹਿਣ ਲੱਗਿਆ, ਬਾਲਾ ਵਧੀਆ, ਫਿਰ ਤਾਂ ਜੇ ਤੂੰ ਮੈਨੂੰ ਸਾਹਮਣੇ ਦਿਖਾ ਦੇਵੇ। ਜਿਹੜੀ ਚੀਜ਼ ਦੀ ਲੋੜ ਹੈ ਵਿਦਵਾਨ ਪੰਡਤ ਨੂੰ ਕਹਿਣ ਲੱਗਿਆ, ਉਹ ਚੀਜ਼ ਲੈ ਲਾ। ਰਥ ਬੱਘੀਆਂ, ਫੌਜ, ਧਨ ਪਦਾਰਥ ਜਿੰਨਾ ਕਹੇ ਤੈਨੂੰ ਮੈਂ ਉਹਨਾਂ ਦੇ ਦੂੰਗਾ, ਪਰ ਮੈਨੂੰ ਸਾਹਮਣੇ ਵਿਖਾ ਦੇ ਵੀ ਮੈਂ ਕਿੱਡੇ ਕੁ ਵੱਡੇ ਪੁੰਨ ਕਰਮ ਕੀਤੇ ਨੇ ਜਿਸ ਕਰਕੇ ਮੈਨੂੰ ਮਨੁੱਖਾ ਦੇਹੀ ਮਿਲੀ ਹੈ। ਵਿਦਵਾਨ ਪੰਡਤ ਕਹਿਣ ਲੱਗਿਆ, ਇੱਥੋਂ ਤੇਰੇ ਰਾਜ ਦੀ ਹੱਦ ਟੱਪ ਕੇ ਨਾ, ਜਿੱਥੇ ਤੱਕ ਤੇਰਾ ਰਾਜ ਆ ਉਦੋਂ ਅੱਗੇ ਜਾ ਕੇ ਇੱਕ ਰਾਜ ਆਊਗਾ। ਉੱਥੇ ਇੱਕ ਮਹਾਤਮਾ ਬੈਠੇ ਨੇ, ਬੰਦਗੀ ਕਰਦੇ ਨੇ, ਭਗਤੀ ਕਰਦੇ ਨੇ, ਪਰਮਾਤਮਾ ਦੀ ਇਬਾਦਤ ਕਰਦੇ ਨੇ। ਉਹਨਾਂ ਕੋਲੇ ਚੱਲ, ਮੈਂ ਤੈਨੂੰ ਸਾਹਮਣੇ ਵਿਖਾ ਦਿੰਦਾ। ਰਾਜੇ ਨੇ ਸਾਰਾ ਰਾਜ ਭਾਗ ਆਪਦੇ ਪੁੱਤਰ ਨੂੰ ਕਹਿ ਦਿਓ ਸਮਾਇਆ, ਵਜ਼ੀਰ ਮੰਤਰੀ ਸਿਆਣਿਆਂ ਦੀ ਡਿਊਟੀ ਲਾ ਦਿੱਤੀ, ਤੁਸੀਂ ਸੰਭੋ ਰਾਜ ਭਾਗ। ਮੈਂ ਨਾ ਦੇਖ ਕੇ ਆਉਣਾ ਵੀ ਮੈਨੂੰ ਕਿਵੇਂ ਰਾਜ ਭਾਗ ਮਿਲਿਆ ਤੇ ਮਨੁੱਖਾ ਦੇਹੀ ਜਿਹੜੀ ਪ੍ਰਾਪਤ ਹੋਈ ਹੈ, ਮੈਂ ਕਿੱਡੇ ਕੁ ਵੱਡੇ ਪੁੰਨ ਕਰਮ ਕੀਤੇ ਨੇ। ਰਥ ਬੱਘੀਆਂ ਜੋੜਦੀਆਂ, ਮਹਾਤਮਾ ਨੂੰ ਬਿਠਾ ਲਿਆ। ਵਿਦਵਾਨ ਪੰਡਤ ਸੀ। ਰਾਜਾ ਆਪ ਬੈਠ ਗਿਆ, ਕੁਝ ਫੌਜ ਨਾਲ ਤੁਰ ਪਈ। ਰਾਜ ਦੀ ਹੱਦ ਅੱਗੇ ਟੱਪ ਕੇ ਥੋੜਾ ਜਿਹਾ ਅੱਗੇ ਗਏ, ਦੇਖਿਆ ਇੱਕ ਮਹਾਤਮਾ ਬੈਠੇ ਨੇ, ਆਪਣੀ ਛੰਨ ਵਿੱਚ ਬੈਠੇ ਨੇ, ਜਿਹਨੂੰ ਗੁਰੂ ਜੀ ਕਹਿੰਦੇ ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ, ਕਿਤੇ ਹੀ ਕਾਮ ਨਾ ਧੌਲ ਹਰ, ਕਿਸੇ ਕੰਮ ਨਹੀਂ, ਧੌਲ ਵੱਡੇ ਮਕਾਨ, ਜਿੱਤ ਹਰ ਵਿਸਰਾਏ। ਕਹਿੰਦੇ ਉਹ ਕੰਮ ਧੌਲਰ ਵੱਡੇ ਵੱਡੇ ਨਹੀਂ ਆਉਂਦੇ ਜਿੱਥੇ ਪਰਮਾਤਮਾ ਦਾ ਨਾਮ ਨਹੀਂ ਹੈ। ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ, ਸੇਈ ਨਗਰ ਉਜਾੜੀ ਜੀ। ਇੱਕ ਮਕਾਨ ਦਾ ਉਦਾਹਰਣ ਦੇ ਕੇ, ਇੱਕ ਸਰੀਰ ਰੂਪੀ ਕੋਠੇ ਦਾ ਮਹਾਰਾਜ ਜੀ ਨੇ ਉਦਾਹਰਣ ਦੇ ਕੇ ਸਮਝਾਉਣਾ ਕੀਤਾ। ਕਹਿੰਦੇ ਇੱਕ ਉਹ ਸਰੀਰ ਰੂਪੀ ਕੋਠਾ ਹੈ ਜਿਹਦੇ ਵਿੱਚ ਪਰਮਾਤਮਾ ਵੱਸਦਾ ਹੈ। ਜਿੱਥੇ ਪਰਮਾਤਮਾ ਦਾ ਵਾਸਾ ਨਹੀਂ ਨਾ, ਉਸ ਸਰੀਰ ਰੂਪੀ ਕੋਠੇ ਤੋਂ ਵੀ ਲੋਕ ਡਰਦੇ ਨੇ। ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਜਪਦਾ, ਜਿਵੇਂ 4 ਪ੍ਰਕਾਰ ਦੇ ਲੋਕ ਮੰਨਿਆ ਵਿਦਵਾਨਾਂ ਨੇ ਸਾਡੇ ਪੰਜਾਬ ਦੀ, ਹਿੰਦੁਸਤਾਨ ਦੀ ਧਰਤੀ ਉੱਤੇ ਰਹਿੰਦੇ ਨੇ, ਉੱਤਮ, ਮੱਧਮ, ਮਲੀਨ ਤੇ ਕਨਿਸ਼ਟ, 4 ਪ੍ਰਕਾਰ ਦੇ ਲੋਕ ਨੇ। ਚਾਰਾਂ ਕੋਲੇ ਸਰੀਰ ਵੀ ਹੈ। ਇੱਕ ਉੱਤਮ ਪੁਰਸ਼ ਨੇ, ਜਿਵੇਂ ਕੋਈ ਮਹਾਤਮਾ ਹੋ ਗਿਆ, ਉੱਤਮ ਪੁਰਸ਼ ਹੈ। ਜਿਵੇਂ ਇੱਕ ਬਹਿਰੀ ਜਹਾਜ਼ ਹੁੰਦਾ ਹੈ, ਸਮੁੰਦਰ ਦੇ ਵਿੱਚ ਦੀ ਬਹੁਤ ਵੱਡਾ ਜਹਾਜ਼ ਹੈ, ਜਿਹਦੇ ਵਿੱਚ 500-700 ਬੰਦਾ ਬੈਠ ਜਾਂਦਾ ਹੈ। 500-700 ਬੰਦੇ ਦਾ ਸਮਾਨ ਲੈ ਕੇ 500-700 ਬੰਦੇ ਨੂੰ ਅੱਗੇ ਪਾਰ ਕਰ ਦਿੰਦਾ ਹੈ।
ਇੱਕ ਉਹ ਵੀ ਹੈ, ਉਹਨੂੰ ਵਹਿਰੀ ਜਹਾਜ਼ ਕਿਹਾ ਜਾਂਦਾ, ਉਹਨੂੰ ਉੱਤਮ ਦਰਜੇ ਦੇ ਵਿੱਚ ਗਿਣਿਆ ਗਿਆ। ਮਹਾਤਮਾ ਜਿਵੇਂ ਇੱਕ ਕੋਈ ਭਲਾ ਕਰਦਾ ਆਪ ਜਪੈ ਵਰੈ ਨਾਮ ਜਪਾਵੈ, ਇੱਕ ਮੱਧਮ ਹੈ, ਇੱਕ ਉਦੋਂ ਕਹਿ ਲਓ ਵੀ ਛੋਟੀ ਬੇੜੀ ਹੈ ਜਿਹਦੇ ਵਿੱਚ 5 7 10 ਬੰਦੇ ਬਹਿੰਦੇ ਨੇ, ਉਹਦੇ ਵਿੱਚ ਵੀ ਜਿਹੜਾ ਉਹ 5 7 ਬੰਦਿਆਂ ਨੂੰ ਬਿਠਾ ਕੇ ਅੱਗੇ ਪਾਰ ਕਰ ਦਿੰਦੀ ਹੈ, ਜਿਵੇਂ ਸੱਜੇ ਮਲਾਹ ਦਾ ਬੇੜਾ ਹੋਇਆ। ਮਹਾਰਾਜ ਜੀ ਕਹਿੰਦੇ ਇੱਕ ਉਹ ਪੁਰਸ਼ ਨੇ, ਇੱਕ ਉੱਤਮ ਨੇ, ਇੱਕ ਮੱਧਮ ਨੇ, ਜਿਹੜੇ ਕਹਿੰਦੇ ਆ ਵੀ ਚਲੋ ਆਪਣੀ ਜੇ ਕੋਈ ਨਹੀਂ ਸੁਣਦਾ, ਜਦ ਆਪਾਂ ਆਪਣਾ ਇਕੱਲਾ ਪਰਮਾਤਮਾ ਦਾ ਬੈਠ ਕੇ ਨਾਮ ਜਪ ਲੈਂਦੇ, ਆਪਾਂ ਕਿਸੇ ਤੋਂ ਕੀ ਲੈਣਾ। ਇੱਕ ਮੱਧਮ ਨੇ, ਉਹ ਕੌਣ ਨੇ? ਦੁਨੀਆ ਦੇ ਲੋਕ, ਉਹਨਾਂ ਨੂੰ ਵੀ ਸਰੀਰ ਮਿਲਿਆ ਹੋਇਆ ਪਰਮਾਤਮਾ ਦੇ ਘਰ ਦੇ ਵਿੱਚੋਂ, ਉਹ ਬਾਰ-ਬਾਰ ਪਿੰਡਾਂ ਦੇ ਵਿੱਚੋਂ ਬੈਠੇ ਹੁੰਦੇ ਨੇ, ਸੱਥ ਦੇ ਵਿੱਚ ਜੱਕੜੀਆਂ ਮਾਰਦੇ ਨੇ, ਭਿਆਨਕ ਨਸ਼ੇ ਖਾਂਦੇ ਨੇ, ਬੀੜੀਆਂ ਦਾ ਧੂੰਆਂ ਚੜ੍ਹਿਆ ਪਿਆ ਹੁੰਦਾ ਹੈ, ਤਾਂਸ ਕੁੱਟਦੇ ਹੁੰਦੇ ਨੇ ਇੱਕ ਦੂਸਰੇ ਦੇ ਉੱਪਰ ਦੀ ਹੋ ਕੇ। ਇੱਕ ਉਹ ਵੀ ਪੁਰਸ਼ ਨੇ, ਉਹਨਾਂ ਦੇ ਕੋਲੇ ਕੋਈ ਵੀ ਤੁਸੀਂ ਇਹੋ ਜਿਹੀ ਗੱਲ ਕਰੋ ਬਈ ਯਾਰ ਅਜੇ ਉੱਥੇ ਵੀਰ ਬੱਲੇ ਦਾ ਭੋਗ ਹੈ ਗੁਰਦੁਆਰੇ, ਤੁਸੀਂ ਉੱਥੇ ਜਾਇਆ ਹੁੰਦੇ, ਉਹ ਜਾਇਆ ਆਵਾਂਗੇ, ਦੇਖਾਂਗੇ, ਸਾਡਾ ਵੱਡਾ ਜਾਇਆ ਹੋਊਗਾ, ਬੋਲੋ ਸਤਨਾਮ। ਚਲੋ ਸਾਡੀ ਬੇਬੇ ਬੈਠੀ ਹੈ ਘਰੇ, ਆਪੀ ਜਾਏ, ਅਸੀਂ ਕੀ ਲੈਣਾ। ਇੱਕ ਉਹ ਵੀ ਪੁਰਸ਼ ਨੇ। ਇੱਕ ਨੇ ਕਨਿਸ਼ਟ, ਜਿਹੜਾ ਨਾ ਚੌਥੇ ਦਰਜੇ ਦੇ ਕਨਿਸ਼ਟ ਲੋਕ ਨੇ, ਨਾ ਉਹ ਜਪਦੇ ਨੇ ਨਾ ਜਪਣ ਦਿੰਦੇ ਨੇ। ਉਹ ਇਹੋ ਜਿਹੇ ਲੋਕ ਨੇ ਜਿਵੇਂ ਸਾਡੇ ਪਿੰਡਾਂ ਤੋਂ ਬਾਹਰ ਆ ਕੇ ਛੰਨਾਂ ਜੀਆਂ ਬਣਾ ਲੈਂਦੇ, ਕੁੱਲੀਆਂ ਜੀਆਂ ਬਣਾ ਕੇ, ਉਹਨਾਂ ਕੋਲ ਕੁੱਤੇ ਰੱਖੇ ਹੁੰਦੇ ਨੇ, ਉਹ ਕੁੱਤਿਆਂ ਦੀਆਂ ਡੋਰਾਂ ਫੜਦੇ ਨੇ ਤੇ ਫੜ ਕੇ ਬਾਹਰ ਲੈ ਜਾਂਦੇ ਨੇ, ਜਾਨਵਰ ਮਾਰ ਕੇ ਸ਼ਕੇਰ ਕੇ ਛਕ ਲੈਂਦੇ ਨੇ, ਭੁੰਨ ਕੇ ਖਾਧੇ, ਆ ਕੇ ਪੈ ਗਏ, ਨਾ ਨਹਾਉਣਾ ਨਾ ਧੋਣਾ, ਨਾ ਕਿਸੇ ਗੁਰੂ ਪੀਰ ਦੇ ਮੱਥਾ ਟੇਕਣਾ ਜਾ ਕੇ। ਉਹ ਵੀ ਸਾਡੇ ਵਿੱਚ ਲੋਕ ਵੱਸਦੇ ਨੇ। ਮਹਾਰਾਜ ਜੀ ਕਹਿੰਦੇ 4 ਪ੍ਰਕਾਰ ਦੇ ਲੋਕ ਨੇ। ਇੱਕ ਤਾਂ ਇਹੋ ਜਿਹਾ ਜਿਹੜਾ ਬੜਾ ਸੁੰਦਰ ਘਰ ਹੈ ਜਿਹਦੇ ਵਿੱਚ ਪਰਮਾਤਮਾ ਦਾ ਨਾਮ ਹੈ ਜਿੱਥੇ। ਇੱਕ ਇਹੋ ਜਿਹੇ ਘਰ ਵੀ ਨੇ ਜਿੱਥੇ ਪਰਮਾਤਮਾ ਦਾ ਨਾਮ ਨਹੀਂ, ਸਰੀਰ ਰੂਪੀ ਕੋਠਾ ਹੈ, ਜਿਹਨੂੰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬੜੇ ਪਿਆਰ ਵਿੱਚ ਆ ਕੇ, ਉਹ ਕੱਚਾ ਕੋਠਾ ਵਿੱਚ ਵਸਦਾ ਜਾਨੀ, ਕੱਚਾ ਕੋਠਾ ਵਿੱਚ ਵਸਦਾ ਜਾਨੀ। सदा न ज्वापे सदा न ज्वानी, सदा न मापे सदा न ज्वानी। कच्चा कोठा विच वसदा जानी, कच्चा कोठा विच वसदा जानी। जी कहते शरीर रूपी एक कोठा है जिहदे विच परमात्मा दा वासा है। एक शरीर रूपी कोठा है, एक आम दुनियावी कोठा है। देखो आ भी एक मकान है जिहदे विच परमात्मा दा वासा है, गुरु दा प्रकाश रहिंदा है, गुरु की संगत बैठदी है, इहनूं दरबार कहा जांदा है। एक वो भी मकान है जिथे आम लोग वसदे ने, उहनूं दरबार नहीं कहा जांदा, क्योंकि उत्थे परमात्मा दे नाम दा वासा नहीं है। जिथे रब दे घर दा वासा है वो शरीर भी सोहना लगता है। महाराज जी कहते जिथे नाम जपिया प्रभ प्यारे से आस्थल सोए न चवारे। जिथे नाम ना जपिया मेरे गोविंदा, जेड़े शरीर रूपी भांडे विच नाम नहीं जपिया जाता, सही नगर उजाड़ी जी। वो कहते वो तो सारा नगर उजाड़ है जिथे परमात्मा दे नाम दा वो जपिया नहीं जाता है। अज बड़े प्यार विच राजा लै गया, देखिया एक पासे शरीर राजे का भी है, शरीर रूपी कोठा राजे का भी है, शरीर रूपी कोठा उस विद्वान का भी है, तो शरीर रूपी कोठा एक महात्मा का भी है। जिस महात्मा के डेरे विच गए, देखिया एक पासे बड़ा महल है तो दूजे पासे एक छन है, छोटी जी निकी जी छन है, तो छन के बाहरले पासे एक धूना चलदा है, ते महात्मा दे एक पाटी हुई बोरी उत्ते बैठे ने उस धूने दे कोल। ते जदों महात्मा बैठे ने तां उन्हां दे चेहरे दा नूर जिहड़ा ना वो वखरा ही है। देख के राजा खुश हो गया। देखो महात्मा कैसे अपने रंग विच बैठे ने, रंग हसै रंग रोवै,
चुप भी कर जाहे। महात्मा अपने रंग विच बैठे ने, बड़े खुश ने, ते जाके राजे ने उस महात्मा दे अगे अपना सीस झुका दिता। देखो राजियां दा सीस नहीं किसी अगे झुकदा है, पर जिथे परमात्मा दा नाम जपण वाला है उसकी बाबत संत अतर सिंह महाराज जी जिक्र करते हैं। वो की कहते हैं, ओ राजे सीस झुकाउंदे ने उच्चा रुतबा संत जनां दा। राजे सीस झुकाउंदे ने उच्चा रुतबा संत जनां दा। महात्मा का उच्चा रुतबा वेख के राजे का सीस झुक गया। ते महात्मा बैठे बैठे आओ भागत करी राजे की सब सुख सांद पुछी। ते महात्मा ने बड़े प्यार चाके एक चिमटा चुक्या ते मचदा मचदा कोला हाथ उत्ते रखिया, फक्का मारिया, पानी पी लिया। राजा कहने लग्या ये मेरे सवाल का जवाब जरूर दे देणगे। ये कोई शक्ति वाला कोई करनी वाला महात्मा है। महात्मा ने बड़े प्यार विच आके पूछया, राजन किमें आया है? विद्वान पंडित ने हथ बन के आख्या, ये राजा है जी। अच्छा, कहने लगे पुछण वास्ते आया तुहानू भी मैं किड्डे क बड़े पुण्य कर्म कीते ने जिस करके मैनू मनुखा देही मिली है ते दूसरा राज भाग मिले है। वो महात्मा कहने लगे दस तां हुणी दिंदे, पर मेरी इच्छा है भी इनू सामने विखा दिए। इस तरह है जिमें एक रील चलती है, फिल्म चलती है, उस तरह दिखा दिए। राजा कहने लग्या जी मैं अं देखण वास्ते आया, मैनू सामने विखा दिओ भी मैं किड्डे क बड़े पुण्य कर्म कीते ने जिस करके मैनू मनुखा देही मिली है ते राज भाग मिले है। महात्मा कहने लगे राजन तू ते मैं आपां दोनों भरा है। एक फकीर ये गल कह देवे तू मेरा भरा है राजे नू। राजा कहने लग्या देखो मेरे जरीदार वस्त्र पाए ने, रथ बग्गियां विच आए हैं, किन्ना सोना है मेरे कोले, किन्ना धन पदार्थ है, हीरे जवरात है। ते महात्मा एक पाटी हुई बोरी उत्ते बहंदा कि तू मेरा भरा है। हाँ राजन शंका ना कर, तू ते मैं आपां दोनों भरा है, सके हैं नाले। पर मेरी इच्छा मैं तेनू दिखा दिया, थोड़ा जा होर अगे चलीए। कहने लग्या जी चलो। अगे उस पहला अपनी हद टप के आया राज भाग दी, फिर महात्मा दे राज भाग दी हद टप के अगे चले गए। अगे की वेखदे ओही जही छपरी है, वो छपरी दे विच एक महात्मा बैठा है, आले दुआले कंडियां दी बाड़ करी हुई है, छोटा जा फिड़का जा लग्या होया एक। महात्मा ने जाके वो फिड़का जा परे चुक के धर दिता, अंदर चले गए ते अंदर बड़ी शांति है। भावे है टुटी हुई छन, कखा कानियां दी छन है, कोई छत नहीं उत्ते वधिया, कोई पखा नहीं कोई वधिया, पर उत्थे जिहड़ा आनंद बड़ा है। जदों वो छन दे विच गए ना ते जाके राजे नूं बड़ी शांति प्राप्त हुई, जिहड़ी राज भाग दे विचों भी किते शांति नहीं प्राप्त हुई ते ओ अज उस महात्मा दी छन विचों जाके शांति प्राप्त हो गई। राजे दे मन नूं ठंड पई, बड़ा खुश होया, आले दुआले वेखदा छोटी जी छन है, निक्की जी बस महात्मा दे पैण जोगरी हुई है। वो भी बोरी ते बैठे ने, राजा भी जाके थल्ले बैठ गया, कोई मन विच डर नहीं। क्यों? जिनको लगी प्यास अमृत से ही खाहे। मन विच प्यास है राजे दे बई मैनू पता लग जे मैं किन्ने क बड़े पुण्य कर्म कीते ने जिस करके मैनू मनुखा देही मिली है। अगे महात्मा दे कोल जाके राजा बैठ गया, हथ बन ले राजे ने। विद्वान पंडित ने आख्या जी ये राजा है, ये तुहाडी शरण विच आया है, तुहातों पुछण वास्ते आया भी किड्डे क बड़े पुण्य कर्म कीते ने जिस करके मैनू मनुखा देही मिली है। महात्मा ने उस धूने दे विच एक स्वाह दी मुट्ठी भरी, अपने हथ उत्ते रख ली, फक्का मारिया ते पानी पी गए। ते राजा बड़ा हैरान होया
ये अपना सुआह खा खा के गुजारा करते हैं, कुछ होर नहीं छकते। वो कहन लगे नहीं होर नहीं कुछ छकते। राजे ने चरणों के उत्ते शीश झुका दिता ते किरपा करो दसो मैनू मैं किड्डे क वड्डे पुण्य कर्म कीते ने जिस करके मैनू मनुखा देही मिली है। महात्मा कहन लगे राजन तू ते मैं ते का महात्मा जिहड़े तेरे नाल आए ने आपां तीनों जाने सके भरा हाँ। आपां बंदगी बड़ी करी राजन ते बंदगी करदियां करदियां कोई ना कोई इहो जिहा जिहड़ा कोई कर्म हो गया इस मनुखा देही तो थिड़क के भगती करी परमात्मा दी तप तापन ते तप तेज बधै। राजन तू भी मेरा भरा है मैं भी तेरा भरा है महात्मा भी आपां तीनों जाने सके भरा हाँ। पर मेरी इच्छा है राजन भी मैं तेनू सामने विखा दियां भी आपां किन्ने क पुण्य कर्म कीते ने किड्डी क वड्डी सेवा कीती है। गुरु ने खुश होकर जिहड़ी मनुखा देही दिती है तैनू भी सानू भी आपां परमात्मा तो सामने होके पुछीए तेनू सामने विखा दिए। राजे ने हथ बन ले क्योंकि अधिकारी सी। जिहड़ा अधिकारी हुंदा वो कुछ ना कुछ लै लैंदा है, जिहड़ा अधिकारी ना होवे उहदे बाद ते कुछ भी नहीं हुंदा है। जिहड़ा अधिकारी है वह परमात्मा तो कुछ ना कुछ लै डिगदा है ते जिहड़ा अधिकारी नहीं है उहदे वास्ते गेट बंद हुंदे ने। इस करके अधिकारी बन के सेवा करी सरवण कुमार ने अन्नी मां ते अन्ने बाप दी ते प्यार विच अधिकारी सी ते एडे वड्डे उच्चे रुतबे उत्ते पहुँच गया सरवण कुमार जिन्हें अपनी मां ते बाप दी सेवा करी। कहंदे जदों सरवण कुमार दी मौत हो गई ना अपनी जिहड़ी अगन सी ना उहदे विच ही दोनों बड़े विद्वान सी माता पिता अपनी अगन दे विच ही जिहड़े ना वो अंतिम संस्कार होया सी जिन्हां दा। चलो खैर कहण तो भाव मेरा उत्थे जोड़ियो ख्याल राजन मैं मेरा जी करदा मैं तैनू विखा दियां। राजा कहण लग्या इहो ही गल कहंदे आए ने धुर तो लैके चलो मैनू विखा दिओ उन्ना चिर मैं वापस नहीं मुड़दा। जे तां कोई हुंदा कच्चा पिल्ला फिर तो वापस मुड़े आउंदा। राजे नूं प्यास लगी हुई सी। महाराज जी कहण लगे जिन्हों प्यास लगी हुई है हुण जिहड़ा ना गर्मी का महीना चलता है भावे गर्म पानी का गिलास भर के दे दिओ ते ओने उस वक्त पी लेना है। जिन्हों प्यास ना लगी होवे फ्रिज विचों ठंडे जल का गिलास भर के दे दिओ वो हथ विच फड़ के गल्लां मार लग जूगा किदों पीवां किन्ना पीवां किवें पीवां ते समझ लो उन्हों प्यास नहीं लगी हुई है। महाराज जी कहते जिन्हों परमात्मा के नाम की प्यास लग जाए अज राजे नूं प्यास लगी हुई है तो मन दे विच सोचदा जांदा है मैनू पता लग जाए मैं किड्डे क बड़े पुण्य कर्म कीते ने। राजा कहता समा मेरा बीतदा जा रहा है। भगत कबीर जी कहते ने हीरा जन्मे मुल्क तेरा जांदा वी जांदा बीतदा हीरा जन्मे मुल्क तेरा जांदा वी जांदा बीतदा हीरा जन्मे मुल्क हीरा जन्मे मुल्क तेरा जांदा वी जांदा बीतदा हीरा जन्मे मुल्क तेरा जांदा वी जांदा बीतदा हीरा जन्मे हाँ जांदा जांदा बीतदा जांदा जांदा बीतदा
ਜਾਨਵੇਂ ਅਮੋਲਕ ਤੇਰਾ, ਜਾਂਦੇ ਵੀ ਹੀਰਾ ਜਾਨਵੇਂ ਅਮੋਲਕ ਤੇਰਾ, ਜਾਂਦੇ ਵੀ ਤਦਾ ਅਮੋਲਕ ਵਾਹ ਜੀ ਵਾਹ, ਬਣ ਗਈ ਗੱਲ, ਬਣ ਗਈ ਗੱਲ। ਮਾਨਸ ਜਨਮ ਦੁਰਲਭ ਹੋਏ ਨ ਬਾਰੇ, ਜੋ ਬਨ ਫਲ ਪੱਕੇ ਪੋਏ ਗਿਰੇ। ਜੀ ਕਹਿੰਦੇ ਇਸ ਤਰ੍ਹਾਂ ਵੱਡਮੁੱਲਾ ਮਨੁੱਖਾ ਦੇਹੀ ਹੈ ਭਗਤ ਕਬੀਰ ਜੀ ਕਹਿੰਦੇ, ਇੱਕ ਦਰਖਤ ਦੇ ਨਾਲੋਂ ਫਲ ਪੱਕ ਕੇ ਧਰਤੀ ਉੱਤੇ ਡਿੱਗ ਜਾਵੇ, ਦੁਨੀਆ ਦੇ ਸਾਰੇ ਲੋਕ, ਸਾਰੇ ਸਾਇੰਸਦਾਨੀ ਇਕੱਠੇ ਹੋ ਜਾਣ, ਮੁੜ ਕੇ ਉਸ ਦਰਖਤ ਦੇ ਨਾਲ ਫਲ ਨਹੀਂ ਲਾ ਸਕਦੇ। ਪਰ ਉਹਨੂੰ ਲੱਗਣ ਵਾਸਤੇ ਫਿਰ ਕਿੰਨਾ ਕੁ ਸਮਾਂ ਲੱਗਦਾ ਹੈ। ਉਸ ਫਲ ਦੇ ਬੀਜ ਨੂੰ ਕੱਢ ਕੇ ਧਰਤੀ ਦੇ ਵਿੱਚ ਬੋਇਆ ਜਾਂਦਾ ਹੈ, ਬੀਜਿਆ ਜਾਂਦਾ ਹੈ, ਫਿਰ ਪਾਣੀ ਪਾਇਆ ਜਾਂਦਾ ਹੈ, ਫਿਰ ਉਹ ਫਲ ਵੱਡਾ ਹੁੰਦਾ ਹੈ, ਬੂਟਾ ਬਣਦਾ ਹੈ, ਫਿਰ ਫੁੱਲ ਲੱਗਦੇ ਆ, ਫਿਰ ਫਲ ਲੱਗਦਾ, ਫਿਰ ਕਿਤੇ ਜਾ ਕੇ ਪੱਕਦਾ ਹੈ। ਭਗਤ ਕਬੀਰ ਜੀ ਕਹਿੰਦੇ ਇੰਨਾ ਸਮਾਂ ਲੱਗ ਜਾਂਦਾ ਹੈ। ਇਹ ਮਨੁੱਖਾ ਦੇ ਹੀ ਪਰਮਾਤਮਾ ਨੇ ਬੜੇ ਵੱਡੇ ਪੁੰਨ ਕਰਮ ਕਰਕੇ ਜਿਹੜੀ ਸਾਨੂੰ ਬਖਸ਼ਿਸ਼ ਕੀਤੀ ਹੈ। ਰਾਜਾ ਕਹਿਣ ਲੱਗਿਆ ਮੈਨੂੰ ਸਾਹਮਣੇ ਵਿਖਾ ਦਿਓ, ਭਾਵੇਂ ਜਿੱਥੇ ਮਰਜ਼ੀ ਲੈ ਚੱਲੋ। ਫਿਰ ਉਹ ਵਿਦਵਾਨ ਵੀ ਲਿਖਦਾ, ਹੱਦ ਟੱਪੇ ਔਲੀਆ ਬੇਹੱਦ ਟੱਪੇ ਪੀਰ, ਹੱਦ ਬੇਹੱਦ ਦੋਨੋਂ ਟੱਪੇ ਤਿਨਕਾ ਨੌ ਫਕੀਰ। ਕਹਿੰਦੇ ਉਹ ਅਸਲ ਫਕੀਰ ਹੈ ਜਿਹੜਾ ਹੱਦਾਂ ਸਾਰੀਆਂ ਪਾਰ ਕਰ ਜਾਵੇ। ਹੁਣ ਰਾਜਾ ਦੋਨੋਂ ਮਹਾਤਮਾ, ਉਹ ਜਿਹੜਾ ਵਿਦਵਾਨ ਪੰਡਤ ਹੈ, ਕੁਝ ਨਾਲ ਫੌਜ ਹੈ, ਸੈਨਾ ਹੈ, ਰੱਥ ਬੱਗੀਆਂ ਵਿੱਚ ਬੈਠੇ ਅੱਗੇ ਨੂੰ ਫੇਰ ਤੁਰ ਪਏ। ਅੱਗੇ ਕੀ ਦੇਖਦੇ ਆ, ਹੁਣ ਚੌਥੇ ਰਾਜ ਦੀ ਹੱਦ ਦੇ ਵਿੱਚ ਚਲੇ ਗਏ, ਚੌਥੇ ਥਾਵੇਂ ਚਲੇ ਗਏ। ਜਦੋਂ ਚੌਥੇ ਥਾਵੇਂ ਗਏ ਤਾਂ ਅੱਗੇ ਕੀ ਵੇਖਦੇ ਆ, ਬੜਾ ਸੁੰਦਰ ਇੱਕ ਸ਼ਹਿਰ ਬਣਿਆ ਹੋਇਆ। ਸ਼ਹਿਰ 'ਚੋਂ ਗਏ ਸੀ, ਸ਼ਹਿਰ ਦੇ ਵਿੱਚ ਹੀ ਫਿਰ ਚਲੇ ਗਏ। ਰਾਜ ਭਾਗ ਛੱਡ ਕੇ, ਸ਼ਹਿਰ ਛੱਡ ਕੇ ਰਾਜਾ ਗਿਆ ਸੀ। ਬੜਾ ਸੁੰਦਰ ਸ਼ਹਿਰ ਬਣਿਆ ਹੋਇਆ ਹੈ, ਰਾਜ ਭਾਗ ਹੈ, ਇੱਕ ਰਾਜਾ ਉੱਥੋਂ ਦਾ ਰਾਜ ਕਰਦਾ ਹੈ। ਪਰਜਾ ਬੜੀ ਸੁਖੀ ਹੈ ਉਹਦੇ ਰਾਜ ਦੇ ਵਿੱਚ। ਜਿਹਦੇ ਪਰਜਾ ਰਾਜ ਵਿੱਚ ਸੁਖੀ ਹੋਵੇ ਉਹ ਰਾਜਾ ਵੀ ਸੁਖੀ ਹੁੰਦਾ ਹੈ। ਪਰ ਅੱਜ ਰਾਜਾ ਹੋਰ, ਪਰਜਾ ਹੋਰ। ਇਸ ਕਰਕੇ ਰਾਜੇ ਦੇ ਲੋਕ ਜਿਹੜੇ ਬੜੇ ਖੁਸ਼ ਨੇ ਰਾਜੇ ਤੋਂ, ਉਹਦੇ ਕੰਮਾਂ ਤੋਂ, ਉਹਦੇ ਕੰਮ ਧੰਦਿਆਂ ਤੋਂ, ਸਾਰਿਆਂ ਤੋਂ ਬੜੇ ਖੁਸ਼ ਨੇ। ਮਹਾਤਮਾ ਨੇ ਦੇਖਿਆ ਪਰਜਾ ਬੜੀ ਸੁਖੀ ਹੈ, ਕੋਲ ਦੀ ਲੰਘਣ ਵਾਲੇ ਸਾਰੇ ਸਤਿਕਾਰ ਕਰਦੇ ਨੇ। ਤੇ ਪਿਆਰ ਦੇ ਵਿੱਚ ਰਾਜੇ ਦੇ ਉਹ ਮਹਿਲਾਂ ਦੇ ਅੱਗੇ ਚਲੇ ਗਏ। ਅੱਗੇ ਜਾ ਕੇ ਕੀ ਵੇਖਦੇ ਨੇ, ਦਰਸ਼ਨੀ ਡਿਊਟੀ ਬਣੀ ਹੋਈ ਹੈ, ਉੱਥੇ 2 ਪਹਿਰੇਦਾਰ ਖੜੇ ਨੇ। ਉਹਨਾਂ ਨੂੰ ਜਾ ਕੇ ਮਹਾਤਮਾ ਨੇ, ਵਿਦਵਾਨ ਪੰਡਤ ਨੇ ਕਿਹਾ ਵੀ ਤੁਹਾਡੇ ਰਾਜੇ ਨੂੰ ਬੁਲਾ ਕੇ ਲੈ ਕੇ ਆਓ। ਉਹਨੂੰ ਮਿਲਣ ਵਾਸਤੇ 2 ਫਕੀਰ, ਇੱਕ ਵਿਦਵਾਨ ਤੇ ਇੱਕ ਰਾਜਾ, ਬਾਕੀ ਪਰਜਾ ਮਿਲਣ ਵਾਸਤੇ ਆਏ ਨੇ। ਰਾਜੇ ਨੂੰ ਜਾ ਕੇ ਅੰਦਰ ਸੁਨੇਹਾ ਦਿੱਤਾ ਗਿਆ। ਆਪਣੇ ਕੰਮਕਾਰ ਦੇ ਵਿੱਚ ਬੈਠਾ ਸੀ ਰਾਜਾ, ਪਰ ਛੱਡ ਦਿੱਤਾ ਸਭ ਕੁਝ। ਮੈਨੂੰ ਕੋਈ ਫਕੀਰ ਮਿਲਣ ਆਇਆ, ਮੇਰੇ ਵੱਡੇ ਭਾਗ ਨੇ। ਮੈਨੂੰ ਕੋਈ ਰਾਜਾ ਮਿਲਣ ਆਇਆ, ਮੇਰੇ ਵੱਡੇ ਭਾਗ ਨੇ। ਉਹ ਕੋਈ ਨਾ ਕੋਈ ਬੈਠ ਕੇ ਪਰਮਾਤਮਾ ਦੇ ਨਾਮ ਦੀ ਗੱਲ ਕਰਾਂਗੇ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਰਾਜਾ ਕੁਝ ਨਜ਼ਰਾਨਾ, ਕੁਝ ਕੀਮਤੀ ਵਸਤੂਆਂ ਲੈ ਕੇ, ਹੀਰੇ ਜਵਾਹਰਾਤ ਲੈ ਕੇ, ਕੁਝ ਬਸਤਰ ਲੈ ਕੇ, ਕੁਝ ਫਲ ਫਲੂਟ ਲੈ ਕੇ, ਆਪਣੇ ਨਾਲ ਸਿਪਾਹੀਆਂ ਨੂੰ ਲੈ ਕੇ ਰਾਜਾ ਅੱਗੇ ਦਰਸ਼ਨੀ ਡਿਊਟੀ ਉੱਤੇ ਪਹੁੰਚ ਗਿਆ। ਬੜਾ ਮਹਾਤਮਾ ਖੁਸ਼ ਹੋਏ। ਰਾਜਾ ਅੱਜ ਦੇਖੋ ਕਿੰਨੇ ਪ੍ਰੇਮ ਦੇ ਨਾਲ ਹੈ ਹੀ ਇੱਥੇ ਪ੍ਰੇਮ। ਨਫ਼ਰਤ ਦੇ ਬੀਜ ਤਾਂ ਜਦੋਂ ਮਰਜ਼ੀ ਬੀਜ ਲਓ। ਅੱਜ ਲੋਕ ਨਫ਼ਰਤ ਦੇ ਬੀਜ ਜ਼ਿਆਦਾ ਬੀਜਦੇ ਨੇ, ਪ੍ਰੇਮ ਦਾ ਬੀਜ ਅੱਜ ਘੱਟ ਬੀਜਦੇ ਨੇ। ਦੇਖਦੇ ਹਾਂ ਬੜਾ ਇਹ ਤਜਰਬਾ ਇੱਕ ਤਰ੍ਹਾਂ ਦਾ ਹੋ ਗਿਆ। ਦੇਖਦੇ ਹਾਂ ਕਿਉਂਕਿ ਹਰ ਇੱਕ ਦੇ ਘਰਾਂ ਦੇ ਵਿੱਚ ਜਾਣਾ, ਦੇਖਣਾ ਵੀ ਇੱਥੇ ਕਿਹੋ ਜਿਹੀ ਭਾਵਨਾ ਵਾਲੇ ਹੈ, ਇਹ ਕਿਹੋ ਜਿਹੀ ਭਾਵਨਾ ਵਾਲੇ ਹੈ। ਪਰ ਪਿਆਰਿਓ
नफरत का बीज ना बीजो, प्रेम का बीज बीजो। जदों तुसी प्रेम का बीज बीजोगे लोग दुनिया दे याद करनगे, नफरत का बीज बीजोगे। एक बारी नफरत का बीज बीजा हरनाकश ने, अज रहिंदी दुनिया तिकर ओनू कहा जाऊगा हरनाकश दुष्ट हार मारिया प्रहलाद तराया। नफरत का बीज बीज लिया रावण ने, भगवान रावण दे नाल कारण बैर करिया ते अज भी याद करिया जांदा, किया जांदा लंका गढ़ सोने का पया, मूर्ख रावण क्या ले गया। महाराज जी कहते इहो जिहा बीज ना बीजो। अज लोकां दा बस एक काम है भी इहो ही बीज बीजीए, नफरत का बीज बीजीए। ते महाराज जी कहते जदों बूटा वड्डा हो जाता है फिर मनुख पछताउंदा है। ये मैं अपने हथी बूटा लाया है। अज प्रेम का बीज बीजन वास्ते राजा अपने दरबार के अगे आके राजे ने महात्मा नू, राजे नू बड़े प्यार विच आके इस तरह उपर दी गलपड़ी पा के मिलिया, नजराना भेटा कीता। महात्मा कहन लगे किसी भी वस्तु की लोड़ नहीं, पर असी तां तैनूं मिलण वास्ते आए हैं। अज चौथे राज की हद विच आए हैं असी, राजन तेरे बड़े भाग ने। उस महात्मा ने कहा राजन अज असी चल के तेन मिलण वास्ते आए हैं, तेरे तिकर एक जरूरी काम है। राजे ने हथ बन ले, मेरे वास्ते मेरे लिए जरूरी काम है। कहन लगे हाँ। तेरे घर दे विच कोई बच्चा पैदा होया? कहन लग्या जी हाँ एक लड़की पैदा हुई है, छोटी जी घंटे दी है अजे तो। अच्छा चंगा इउं कर, इत्थे वधिया एक तख्त ला दे, प्रजा बह जू एक पासे, महात्मा बह जाणगे, राजे वजीर सारे बह जाणगे। बड़ा वधिया एक तख्त सजाया गया। लिया उस छोटी जी बच्ची नूं राजे ने हथ बन के आख्या महात्मा जी हजे तो वह घंटे दी है, छोटी बहुती है। कहन लगे अजे तो उन्हें ना बोलना है ना तुहाडे सवालों के जवाब देने। महात्मा कहन लगे जा तू लैके आ, बस्तरां विच लपेट के लिया के पलंग उत्ते उस बैड उत्ते बच्ची छोटी जी पा दी। हुण गुरबाणी इत्थे आमी भरदी है, पिंगल पर्वत पार परे खल चतर बकीता, अंदले तेरे भवन सूझिया गुर भेट पनीता, महिमा साधु संग की सुनो मेरे वीता। महाराज जी अपनी पावन पवित्र गुरबाणी अंदर फरमान करते हैं, कहते उन्होंने साधुआं की महिमा सुन लो मेरे मीता, महिमा संतां दी सुन लो मेरे मीता, महिमा संतां दी। मैल खोई कोट अग हरे निर्मल भय चीता। ते महात्मा ने वो बच्ची फड़ के उस बैड उत्ते पलंग उत्ते पा दी। ते महात्मा ते राजा विद्वान पंडित उस लड़की दे चरना वाले पासे खड़ के हथ बन के आख्या बच्ची आ राजा आया है, नाल महात्मा आए ने। ते ओ ना पुछण वास्ते आया राजा भी आपां किड्डे क वड्डे पुण्य कर्म कीते ने जिस करके आ राजे नूं मनुखा देही मिली है ते नाल राज भाग मिले। छोटी जी बच्ची बोली, घंटे दी सी, छोटी बच्ची सी। उस बच्ची दे मुख विचों आवाज़ आई, राजन नेड़े हो जो, मैं तुहानूं हुणी दस दिनी है किड्डे क वड्डे पुण्य कर्म कीते ने, मनुखा देही मिली है ते नाल राज भाग मिले है। राजा हथ बन के खड़ गया क्योंकि जग्यासू सी राजा, प्यास लगी हुई सी राजे नूं। वो कहन लगी राजन एक तू ते एक मैं, आपां सके भरा हैं दोनों महात्मा, आपां चारे जाने जंगल विच बंदगी करते सी परमात्मा दी। बंदगी करदियां करदियां बड़ा समा बतीत होया, एक दो दिन नहीं महीना नहीं 12 साल लंघ गए बंदगी करदियां करदियां। राजन जदों 12 साल लंघे ना, परमात्मा ने कहा भगती तो बड़ी की है इन्हां ते हुण परचा पा के देखिए, कबीर कसौटी राम की झूठा टिकै ना कोय, राम कसौटी सो सह जो मर्जी वा होए। परमात्मा ने बंदगी करदियां करदियां कसवट्टी लाई, कहंदे मींह पैण लग गया बड़ा जोर दा। एक दिन दो दिन नहीं मींह पिया, एक महीना लगातार मींह पैंदा रहा।
ਜਦੋਂ 1 ਮਹੀਨਾ ਲਗਾਤਾਰ ਮੀਂਹ ਪੈਂਦਾ ਰਿਹਾ, ਕਹਿੰਦੇ ਉਹ ਜਿਹੜੇ ਮਹਾਤਮਾ ਬੰਦਗੀ ਕਰਨ ਵਾਲੇ, ਆਪਾਂ ਚਾਰੇ ਜਾਣੇ ਬੰਦਗੀ ਕਰਦੇ ਸੀ, ਕਹਿੰਦੇ ਭੁੱਖ ਬੜੀ ਲੱਗੀ। ਫਰੀਦਾ ਮੌਤੋ ਭੁੱਖ ਬੁਰੀ, ਰਾਤੀ ਸੁੱਤਾ ਖਾਏ ਕੈ ਦਿਨੇ ਫੇਰ ਖੜੀ। ਧੰਨ ਬਾਬਾ ਫਰੀਦ ਜੀ ਨੇ ਆਪਣੀ ਪਾਵਨ ਪਿੱਤਰ ਗੁਰਬਾਣੀ ਅੰਦਰ ਫਰਮਾਨ ਕੀਤਾ, ਕਹਿੰਦੇ ਬੜੀ ਭੁੱਖ ਲੱਗੀ, 1 ਮਹੀਨਾ ਲਗਾਤਾਰ ਕੁਝ ਵੀ ਨਾ ਮਿਲਿਆ, ਕੱਲਾ ਪਾਣੀ ਪੀ ਪੀ ਕੇ ਸਾਰਿਆ। ਜਦੋਂ ਮਹੀਨੇ ਬਾਅਦ ਮੀਂਹ ਹਟਿਆ, ਕਹਿੰਦੇ ਫਿਰ ਨਾ ਉਹ ਜਿਹੜੀ ਲੜਕੀ ਕਹਿਣ ਲੱਗੇ ਫਿਰ ਮੈਂ ਭੱਜ ਕੇ ਨਗਰ ਦੇ ਵਿੱਚ ਗਿਆ। ਜਾ ਕੇ ਜਦੋਂ ਇੱਕ ਘਰੇ ਅਲਖ ਜਗਾਈ, ਉੱਥੇ 4 ਰੋਟੀਆਂ ਬਣੀਆਂ ਹੋਈਆਂ ਸੀ, 4 ਰੋਟੀਆਂ ਬਣਾਈਆਂ ਇੱਕ ਮਾਤਾ ਨੇ। ਜਦੋਂ ਮੈਂ ਅਲਖ ਜਗਾਈ, 4 ਮਾਂ ਨੇ ਰੋਟੀਆਂ ਚੱਕ ਕੇ ਮੇਰੀ ਝੋਲੀ ਵਿੱਚ ਪਾਤੀਆਂ। ਮੈਂ ਫਟਾਫਟ ਆਈ, ਆ ਕੇ ਇੱਕ ਰੋਟੀ ਸਾਰਿਆਂ ਦੇ ਹੱਥ ਉੱਤੇ ਰੱਖ ਦਿੱਤੀ। ਜਦੋਂ ਇੱਕ ਰੋਟੀ ਰੱਖ ਦਿੱਤੀ, ਉੱਧਰੋਂ ਪਰਮਾਤਮਾ ਆ ਗਿਆ, ਪਤਾ ਹੀ ਨਹੀਂ ਕਿਹੜੇ ਰੂਪ ਵਿੱਚ ਆ ਜਾਵੇ। ਲੋਕ ਬੜਾ ਕੁਝ ਬੋਲਦੇ ਨੇ, ਨਾ ਦਿਓ ਕੁਝ, ਇਹ ਨਹੀਂ ਹੈ ਵੀ ਚਲੋ ਦੇਣਾ ਹੀ ਹੈ ਕੁਝ, ਨਾ ਦਿਓ, ਪਰ ਉਹਨੂੰ ਮਿੱਠੀ ਬੋਲੀ ਬੋਲ ਕੇ ਮੋੜ ਦਿਓ। ਪਤਾ ਹੀ ਨਹੀਂ ਕਿਹੜੇ ਰੂਪ ਦੇ ਵਿੱਚ ਆ ਜਾਵੇ ਤੇ ਕਿਹੋ ਜਿਹਾ ਬਚਨ ਕਰ ਦੇਵੇ। ਤੇ ਫਿਰ ਮਨੁੱਖ ਕਹਿਣ ਲੱਗਿਆ, ਬਾਅਦ ਵਿੱਚ ਪਛਤਾਉਂਦਾ ਜਦੋਂ ਕਿਤੇ ਬਚਨ ਇਹੋ ਜਿਹਾ ਲੰਘ ਜਾਵੇ। ਅੰਡ ਬਨਾਸੀ ਜੇਰ ਬਨਾਸੀ ਉਤਪੁਜ ਸੇਤ ਬਨਾਦਾ, 4 ਬਨਾਸੀ ਖਟੈ ਬਨਾਸੀ ਕਸਾਦ ਬਚਨ ਨਿਹ ਚਲਾਤਾ। ਗੁਰਬਾਣੀ ਵਿੱਚ ਮਹਾਰਾਜ ਜੀ ਫਰਮਾਨ ਕਰਦੇ ਹਨ, ਜੀ ਭਾਵੇ ਚੰਦਰਮਾ ਨਾਸ ਹੋ ਜਾਵੇ, ਸਾਧੂਆਂ ਦਾ ਬੋਲ ਨਾ ਟਲੇ, ਭਾਵੇ ਚੰਦਰਮਾ ਨਾਸ ਹੋ ਜਾ, ਸਾਧੂਆਂ ਦਾ ਬੋਲ ਨਾ ਟਲੇ, ਭਾਵੇ ਇੱਕ ਗਰੀਬ ਜੇ ਬੰਦੇ ਦਾ ਰੂਪ ਧਾਰਨ ਕਰਿਆ ਪਰਮਾਤਮਾ ਨੇ, ਤੇ ਕੱਲੇ ਕੱਲੇ ਅੱਗੇ ਆ ਕੇ ਅਲਖ ਜਗਾ ਦਿੱਤੀ। ਪਹਿਲਾਂ ਜਿਹੜੇ ਮਹਾਤਮਾ ਅੱਗ ਖਾਣੇ, ਇਹਨਾਂ ਦੇ ਅੱਗੇ ਆ ਕੇ ਅਲਖ ਜਗਾਈ। ਮਹਾਤਮਾ ਜੀ 1 ਮਹੀਨਾ ਹੋ ਗਿਆ ਮੀਂਹ ਪੈਂਦੇ ਨੂੰ, ਮੈਂ ਵੀ ਭੁੱਖਾ ਹੈ, ਤੁਸੀਂ ਵੀ ਭੁੱਖੇ ਹੋ, ਇਉਂ ਕਰੋ ਅੱਧੀ ਕੁ ਰੋਟੀ ਮੈਨੂੰ ਦੇ ਦਿਓ, ਅੱਧੀ ਕੁ ਨਾਲ ਤੁਸੀਂ ਗੁਜ਼ਾਰਾ ਕਰ ਲਓ। ਤੇ ਪਿਆਰ ਵਿੱਚ ਆ ਕੇ ਕਹਿੰਦੇ ਇਹ ਮਹਾਤਮਾ ਨੇ ਕਿਹਾ, ਬੰਦਗੀ ਬੜੀ ਸੀ, ਪਰਮਾਤਮਾ ਦੇ ਨੇੜੇ ਬੜਾ ਪਹੁੰਚਣ ਵਾਲੇ ਸੀ। ਆਵਾਜ਼ ਨਿਕਲੀ ਮੁਖ ਵਿੱਚੋਂ, ਤੈਨੂੰ ਰੋਟੀ ਦੇ ਕੇ ਫਿਰ ਮੈਂ ਕਿਹੜਾ ਅੱਗ ਖਾਵਾਂ। ਇਹ ਵਚਨ ਕਰ ਦਿੱਤਾ। ਪਰਮਾਤਮਾ ਕਹਿਣ ਲੱਗੇ 12 ਸਾਲ ਹੋ ਗਏ ਸੀ ਤੁਹਾਨੂੰ ਬੰਦਗੀ ਕਰਦਿਆਂ ਨੂੰ, ਮੇਰਾ ਜੀ ਕਰਦਾ ਸੀ ਤੁਹਾਨੂੰ ਕੁਝ ਨਾ ਕੁਝ ਦੇ ਕੇ ਜਾਵਾਂ, ਹੁਣ ਤਾਂ ਆਪ ਹੀ ਮੰਗ ਲਿਆ, ਜਾ ਅੱਗ ਖਾਈ ਜਾ। ਕਹਿੰਦੇ ਉਦੋਂ ਤੋਂ ਲੈ ਕੇ ਫਿਰ ਇਹ ਅੱਗ ਹੀ ਖਾਈ ਜਾਂਦਾ ਹੈ। ਫਿਰ ਅੱਗੇ ਦੂਸਰੇ ਮਹਾਤਮਾ ਦੇ ਅੱਗੇ ਹੋ ਗਿਆ ਪਰਮਾਤਮਾ, ਕਹਿਣ ਲੱਗੇ ਤੂੰ ਹੀ ਕੁਝ ਦੇ ਦੇ, ਅੱਧੀ ਰੋਟੀ ਦੇ ਦੇ, ਥੋੜੀ ਦੇ ਦੇ, ਚੱਲ ਅੱਧੀ ਨੂੰ ਵੀ ਅੱਧੀ ਦੇ ਦੇ। ਰਾਜਨ ਇਸ ਮਹਾਤਮਾ ਨੇ ਵੀ ਇਹੀ ਗੱਲ ਆਖੀ, ਤੈਨੂੰ ਰੋਟੀ ਦੇ ਕੇ ਫਿਰ ਮੈਂ ਕਿਹੜਾ ਸਵਾਹ ਖਾਵਾਂ। ਪਰਮਾਤਮਾ ਕਹਿਣ ਲੱਗੇ ਤੈਨੂੰ ਵੀ ਬੜਾ ਕੁਝ ਦੇਣਾ ਸੀ ਤੇ ਆਪ ਹੀ ਮੰਗ ਲਿਆ, ਹੁਣ ਜਾ ਸਵਾਹ ਖਾਈ ਜਾ। ਰਾਜਨ ਤੀਜੇ ਥਾਂ ਤੇ ਆ ਗਈ ਵਾਰੀ ਮੇਰੀ। ਜਦੋਂ ਤੀਜੇ ਨੰਬਰ ਤੇ ਮੇਰੀ ਵਾਰੀ ਆਈ, ਮਹਾਤਮਾ ਨੇ ਪਰਮਾਤਮਾ ਨੇ ਬੜੇ ਪਿਆਰ ਵਿੱਚ ਆ ਕੇ ਆਖਿਆ, ਲੈ ਤੂੰ ਹੀ ਦੇ ਦੇ ਰੋਟੀ, ਅੱਧੀ ਕੁ ਦੇ ਦੇ, ਚੱਲ ਥੋੜੀ ਦੇ ਦੇ। ਰਾਜਨ ਫਿਰ ਮੈਥੋਂ ਵੀ, ਮੇਰੇ ਮੁਖ ਵਿੱਚੋਂ ਵੀ ਇਹੀ ਗੱਲ ਨਿਕਲ ਗਈ, ਤੈਨੂੰ ਰੋਟੀ ਦੇ ਕੇ ਫਿਰ ਮੈਂ ਕਿਹੜਾ ਮਰਾਂ। ਪਰਮਾਤਮਾ ਨੇ ਕਿਹਾ ਤੈਨੂੰ ਵੀ ਬੜਾ ਕੁਝ ਦੇਣਾ ਸੀ, ਚੱਲ ਹੁਣ ਤੂੰ ਜਨਮ ਮਰਨ ਵਿੱਚ ਦੁੱਖ ਸਵਾਇਆ, ਜਨਮ ਲੈ ਲਿਆ ਕਰ, ਮਰ ਜਾ ਕਰ, ਜਨਮ ਲੈ ਲਿਆ ਕਰ, ਮਰ ਜਾ ਕਰ। ਰਾਜਨ ਮੈਂ ਹੁਣ ਇਸ ਟੇਢੀਆਂ ਜੂਨਾਂ ਦੇ ਵਿੱਚ ਆ, ਜਨਮ ਹੋਣ ਸਾਰ ਮੇਰੀ ਫੇਰ ਮੌਤ ਹੋ ਜਾਂਦੀ ਹੈ, ਫੇਰ ਜਨਮ ਹੁੰਦਾ ਹੈ, ਮਾਤਾ ਦੇ ਗਰਭ ਦੇ ਵਿੱਚ ਮੈਂ 9 ਮਹੀਨੇ ਪੁੱਠਾ ਲਮਕਦਾ, ਫੇਰ ਜਨਮ ਹੁੰਦਾ, ਫੇਰ ਮੌਤ ਹੋ ਜਾਂਦੀ ਹੈ। ਰਾਜਨ ਚੌਥੇ ਨੰਬਰ ਤੇ ਬਾਰੀ ਆਈ ਤੇਰੀ, ਮਹਾਤਮਾ ਨੇ ਤੇਰੇ ਅੱਗੇ ਹੱਥ ਕਰ ਦਿੱਤਾ, ਇਹਨਾਂ ਨੇ ਤਾਂ ਨਹੀਂ ਕੁਝ ਦਿੱਤਾ, ਤੂੰ ਹੀ ਕੁਝ ਦੇ ਦੇ, ਬੜੀ ਭੁੱਖ ਲੱਗੀ ਹੈ ਪਾਪੀ ਪੇਟ ਨੂੰ। ਰਾਜਨ ਤੈਂ ਫਿਰ ਅੱਧੀ ਰੋਟੀ ਤੋੜ ਕੇ ਉਸ ਮਹਾਤਮਾ ਦੇ ਹੱਥ ਉੱਤੇ ਰੱਖ ਦਿੱਤੀ। ਤੈਂ ਕਿਹਾ ਸਾਡੇ ਦਰ ਤੇ ਆਇਆ ਕੋਈ ਸਵਾਲੀ ਖਾਲੀ ਨਾ ਮੁੜੇ।
राजन तै अद्धी रोटी देती, अद्धी तैं खा ली, अद्धी महात्मा ने खा ली। बस एडा क बड़ा पुण्य कर्म कीता है जिस करके तैनूं मनुखा देही मिली है। ते दूसरा राज भाग मिलिया है। नानक फिक्का बोली है, तन मन फिक्का होए, फिक्को फिक्का सदी है, फिक्के फिक्की सोए, फिक्का दरगा सट्टी है, मुथुक्का फिक्के पाए, फिक्का मूर्ख आखी है, पाणा लै सजाए। कहने मूर्खां दे पाणा नाम जुत्ती दा है। कहते उस दे जुत्तियां दी सजा दित्ती जाती है जिहड़ा कोई मिठा नहीं बोलता दरगाह दे विच, परमात्मा दी दरगाह दे विच। राजन तै एडा क वड्डा पुण्य कर्म कीता है जिस करके तैनूं मनुखा देही मिली है ते तैनूं राज भाग मिलिया। असीं परमात्मा नूं प्रशादा नहीं दे सके, असीं तां सका ते उन्हां नूं उल्टी बोलते रहे हैं ते तां करके साडी आ हालत है, तेरी आ हालत है। हाँ आपां सके भरा चारे पिछले जन्म दे विछड़े होए हाँ, कई जन्म पए कीट पतंगा पिछले जन्मां दे विछड़न करके ते सानू आ जून मिल गई, आ कुछ खाण वास्ते मिल गया। राजन तैनूं राज भाग मिल गया ते तू परमात्मा दा शुक्र करदा है। हुण भी तू रब दा शुक्र करदा है ते इस करके परमात्मा दे जिहड़ा वो कर्मा करके वड्डे कर्मा करके कोई ना कोई पुण्य बीजिया हुंदा है जिस करके मनुखा देही मिल जाती है। जिस मनुखा देही नूं अज दा मनुख परमात्मा दी वस्तु नहीं साਂਭ के रखदा, परमात्मा दी वस्तु नहीं बना के रखदा, इहदे विच गंद पिल पा के इहो जिहा बना लैंदा जितों रब ने तां नफरत करनी है, दुनिया दे लोग भी नफरत करदे ने। हुण कोई नशेड़ी बंदा लंघिया जावे आपां उहदे पैरी हत्थ थोड़ी लावांगे। कोई इहो जिहा बंदा जांदा होवे जिहदा नशा खाधा होवे, जिन्हों सोझी ना होवे, तुरन दा ना पता होवे, उहनूं कोई भी अगे हो के सत श्री अकाल नहीं बुलाउंदा, अगला परां दी हो के लग जांदा। इहो जिहे बंदे नूं की बुलाउणा है। फिर महाराज जी कहन लगे मनुख इहो जिहियां नखिद्ध चीज़ां तू क्यों खाना है, कोई चंगी चीज़ खा जिस करके ओए दुनिया दे लोग तैनूं चंगा समझण। अगला दूरों चल के आवे मिलण वास्ते, अगला कहे वो फलाना बंदा मिलिया सी, चलो यार उहनूं मिल के आईए, उत्थे 10 मिनट बैठांगे उहदे कोले। महाराज जी कहते हैं मनुख तू चंगा जीवन बना ला, जोर ना जीवन मरण ना जोर, जोर ना राज माल मन सोर। इस करके आओ जितना समा भाई वीर बल्ला सिंह जी नूं बख्शिश किया परमात्मा ने, भावे कबीलदारी पई भी है, कुछ थोड़ी बहुती अजे जिहड़ी नवेड़ी है, पर यह तो रब दे हत्थ है ना। महाराज जी कहन लगे कई बचपन में तुरे जाते हैं, कई जवानी में, कई बुढ़ापे दे विच तां जाना ही जाना सब ने। जेड़े जवानी में चले गए या बचपन में चले गए उन्हां दे काम कर फिर कौन करता है, परमात्मा करता है। जे कहिए ना भी किसी मनुख का सहारा तक लीए, मनुख पास नहीं करता है, सारा जिन्ना मर्जी तक लो तुसी, ओदा काम खराब ही करूगा। जे पार लाऊ तो केवल ते केवल एक परमात्मा लाऊगा। ओदे नहीं देखते हैं बड़े सलाहां वाले, तुसी ऐ करो, तुसी ऐ करो, सलाहां बड़ियां देख गए, पर किसे मैं ते ओ भाई जिहड़ा विक्की है शायद मुंडे का नाम, वो असी पाठ किया जो घरे उदों फिर मैनू दसना उन्हें बाबा जी बड़ियां सलाहां वाले, उत्थे करो, शांति हाल च भोग करो, वड्डे गुरुद्वारे च करो, वड्डा करो तुसी अपने बजुर्ग नूं। मैं कहा सलाहां ही देणगे, किसी ने नहीं कहना भी चक 1000 रुपया तू भोग पा ला, बोलो सतनाम। किसी ने भी नहीं कहा, सके किसी साख सकेलिया ने भी नहीं कहा और भी लै कोई गल नहीं तू आ चक 20,000 रुपया यार तू वधिया भोग पा अपने पिता का, तेरे नाल खड़े हैं असी। तो फिर सच्चे पातशाह महाराज जी कहते ने बड़े प्यार दे विच आके कहते उस रब दा सारा तको जिन्हें तेनू पार करना है, करना भी उस परमात्मा नहीं है। चलो जितना समा भाई वीर बल्ला जी नूं बख्शिश किया उस नूं भोगदे हैं। अज बच्चों नूं घाटा, उन्हां दीआं बच्चियां नूं घाटा, उहदी नूंह नूं घाटा, साडी भैण नूं घाटा, भी जिहड़ा जो ना पूरा होने वाला घाटा इहनूं कहा जाता है। इस करके ठीक है चलो बच्चे भावे डार ने काम साਂਭ लैणगे, पर जिहड़ा पत्नी नूं घाटा पैंदा पति तो बिना, बच्चों नूं पिता तो बिना घाटा पैंदा, वो कोई पूरा नहीं करन वाला। रिश्तेदार साक संबंधी सारे ही हुंदे ने, वो भोग तिकर खड़ जाणगे, फुੱਲ पवा देणगे, उदों एक अद्धा दिन 2 दिन बाद विच खड़ जाणगे, फिर कहणगे साडा नहीं सरदा सी तां चले आ, बोलो सतनाम। भरावा साडा नहीं हुण सरदा सी तां जाना है। पर वो माँ वो पिता जिहड़े एक बार जग संसार तो चले जाते ने, महाराज जी कहते हो फिर मुड़ के नहीं आउंदे। फरीदा किथे तैंडे मापिया, जिनी तू जान होए तै पासों लद गए तू अजे ना पती नहीं होए।
हर एक चीज़ हर एक वस्तु मिल जूगी। दुनियावी चीज़ पैसों की मिल जू ना, साढ़े कोले पैसे होए किसी तो फड़ लांगे, असी ब्याजू पैसे चक लांगे, चलो भी आह वस्तु असी लैनी है। पर सच्चे पातशाह कहते जे किते मिलते होंदे ना मापे ते फिर मनुख खरीद लैंदा। पर है यहो जी वस्तु, हम वासी उस देश के जहाँ जात वर्ण कुल ना है, शब्द मिलावा होत है देह मिलावा ना है। एक बारी माता पिता चले जान ते मुड़ के नहीं फिर मिलते। प्यार विच आके लिखदा विद्वान हो की कहंदा, किते हट्टियों मुल नहीं मिलते ना किते दुकान तो ना बाहरले देशों के विचों भी बड़े ऐसे मिलते ने सानू भी जे किते मिलते हुण अगला कहे चल उत्थों लियाने कोई गल है यार। फिर पर जदों एक बारी तुर जान, किते हट्टियों मुल नहीं मिलते सज्जना मापे हट्टियों मुल नहीं सज्जना मापे मुल नहीं मिलते हट्टियों मुल नहीं मिलते सज्जना मापे। किते हट्टियों मुल नहीं मिलते सजना मापे हट्टियों मुल नहीं मिलते सजना मापे। हट्टियों मुल नहीं मिलते हट्टियों मुल नहीं मिलते जिन्हों माता पिता कह के बाजा मारना छट गए ने देखते जिन्हों पिता पिता कह के बाजा मारना छट गए ने देखते छट गए ने छट गए ने देखते। करके आओ जितना क समा भाई बीरबल जी नूं बख्शिश किया परमात्मा के घर विचों स्वसा रूपी पूंजी मिली उसनूं भोगदियां इस मतलुग की धरती तो यात्रा करदियां अकाल पुरख के चलना भी जा बराजे। उन्हां दी अंतिम अरदास सारिਆਂ ने रल मिल के करनी है। बहुत बहुत धन्यवाद है सारिया संगतां दा। सब तो वध धन्यवाद साहिब श्री गुरु ग्रंथ साहिब महाराज जी का, जिन्हां दे पावन चरणों के जुड़ करके आप हाजरियां भरियां ने। लोक सुखी परलोक सहेले नानक हर प्रभ आपे मेले। अरदास हुक्मनामा प्रसाद फिर जिन्हों ने गुरु का लंगर नहीं छकिया वो लंगर पानी छक के जान की कृपालता करो। राम कली माला तीजा आनंद को ओंकार सतगुर प्रसाद आनंद पया मेरी माए सतगुरु मैं पाया। राग रतन परिवार पनिया शब्द गावने आइया जी। कह नानक नंद सतगुरु मैं पाया। करनाल रो मन मेरे दुख सब विसारना। सबना गला समरथ स्वामी सो क्यों मनो विसारे। सच साहिबा क्या नहीं करते रहे। सदा शिव सलाह तेरी
नाम मन वसावे। कह नानक सच्चे साहिब क्या नहीं करते रे सच्चा। प्रशांत सुख मन आए बसिया निरीक्षा सब पुजाइया। कह नानक सुनो संतो शब्द करो प्यारो सच्चा। कर सुपक शब्द बाजे कलाजित करतारिया। तुद कर्म पाया तुद जन को थे नाम हर के लागे। नंद सनो मट भागियो सकल मनोरथ पूरे। दुख रोग संताप उतरे सुनी सच्ची बाणी। सुनते पनीत कहते पवित सतगुर आ भरपूरे। श्लोक पावन गुरु पाणी पिता माता तरत महत। जंगियाइया बुराइया बचे धर्म दूर करमी। आजनी नाम ते आया गए मसकत काल। वाहिगुरु जी का खालसा बोलो वाहिगुरु जी की फतेह फतेह।